ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਸਾਡੇ ਲਾਈਵ ਟਾਕ ਸ਼ੋਅ ਵਿੱਚ ਮੇਰਾ ਤੇ ਤੁਹਾਡਾ ਸਾਥ ਹਰ ਬੁੱਧਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ, ਜਿਸ ਦੇ ਵਿੱਚ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਅਸੀਂ ਉਹਨਾਂ ਗੱਲਾਂ ਨੂੰ ਲੈ ਕੇ ਆਈਏ, ਉਹਨਾਂ ਨੂੰ ਸ਼ਖਸੀਅਤਾਂ ਨੂੰ ਲੈ ਕੇ ਆਈਏ ਜਿਨ੍ਹਾਂ ਨੇ ਆਪਣੇ ਤੇ ਉਹ ਦਿਨ ਹੰਢਾਏ ਨੇ, ਉਹ ਦਿਨ ਉਹਨਾਂ ਨੇ ਆਪਣੇ ਅੱਖੀਂ ਦੇਖੇ ਨੇ। ਕਿਹੜੇ ਦਿਨ ਸ਼ਾਇਦ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਵਾਉਣ 'ਚ ਕਿਤੇ ਨਾ ਕਿਤੇ ਪਿੱਛੇ ਰਹਿੰਦੇ ਜਾਂਦੇ ਆ। ਜਿੱਥੇ ਅਸੀਂ ਹੈਲੋਵੀਨ ਦੀਆਂ ਪਾਰਟੀਆਂ ਮਨਾਉਣ 'ਚ ਇੰਨੇ ਵਿਅਸਤ ਸੀ, ਉੱਥੇ ਅਸੀਂ ਸ਼ਾਇਦ ਕਿਤੇ ਨਾ ਕਿਤੇ ਇਹ ਭੁੱਲ ਗਏ ਸੀ ਕਿ 31 ਅਕਤੂਬਰ ਤੋਂ ਲੈ ਕੇ ਨਵੰਬਰ 3 ਤੱਕ ਸਾਡੇ ਨਾਲ ਕੀ ਹੋਇਆ ਸੀ। ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ। ਸੋ 84 ਦੇ ਜਦੋਂ ਲੋਕੀ ਦੰਗੇ ਕਹਿੰਦੇ ਆ ਨਾ ਤਾਂ ਦਿਲ ਵਲੂੰਦਰਿਆ ਜਾਂਦਾ, ਕਿਉਂਕਿ ਉਹ ਦੰਗੇ ਨਹੀਂ ਸੀ, ਉਹ ਮਿੱਥ ਕੇ ਕੀਤਾ ਹੋਇਆ ਕਤਲੇਆਮ ਸੀ। ਤੇ ਬਹੁਤ ਹੀ ਜਦੋਂ ਅਸੀਂ ਇੱਥੇ ਨੌਜਵਾਨਾਂ ਨਾਲ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਆ ਜਿਨ੍ਹਾਂ ਨੂੰ ਪੂਰਾ ਸੱਚ ਪਤਾ ਹੀ ਨਹੀਂ, ਕਿਉਂਕਿ ਕਈ ਬੱਚੇ 84 ਤੋਂ ਬਾਅਦ ਦੇ ਜਨਮੇ ਹੋਏ ਆ। ਪਰ ਹੋਇਆ ਕੀ ਸੀ? ਸਰਕਾਰੀ ਅੰਕੜੇ ਤਾਂ ਕਹਿ ਰਹੇ ਸੀ ਕਿ 2733 ਸਿਰਫ ਜਿਹੜੇ ਉੱਥੇ ਲੋਕ ਦੰਗਿਆਂ 'ਚ ਮਰੇ ਆ, ਜਦ ਕਿ ਮਿੱਥ ਕੇ ਕੀਤਾ ਹੋਇਆ ਕਤਲੇਆਮ ਸੀ ਜਿਹਦੇ ਵਿੱਚ 17,000 ਪਰਿਵਾਰ, ਘਰ ਪਰਿਵਾਰ, ਬੱਚੀਆਂ, ਬੱਚੇ, ਬਜ਼ੁਰਗ ਘਰਾਂ ਚੋਂ ਕੱਢ ਕੇ ਸ਼ਨਾਖਤ ਕਰ ਕੇ ਬਾਹਰ ਲਿਆ ਕੇ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਉਹਨਾਂ ਦਾ ਕਤਲ ਕੀਤਾ ਗਿਆ ਸੀ। ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ। ਜਦੋਂ ਅਸੀਂ ਕੁਝ ਆਪਣੇ ਅੱਖੀਂ ਇਹੋ ਜਿਹਾ ਦੇਖ ਲੈਂਦੇ ਹਾਂ ਤੇ ਕਿਤੇ ਨਾ ਕਿਤੇ ਸਾਡੀ ਰਾਤਾਂ ਦੀ ਨੀਂਦ ਉੱਡ ਜਾਂਦੀ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਕਿ ਇਹ ਕੀ ਹੋਇਆ। ਬਾਰ-ਬਾਰ ਉਹ ਗੱਲਾਂ ਯਾਦ ਆਉਂਦੀਆਂ। ਤੇ 36 ਵਰ੍ਹੇ ਹੋ ਗਏ ਜਿਨ੍ਹਾਂ ਨੇ ਅੱਖੀਂ ਸਾਰਾ ਕੁਝ ਦੇਖਿਆ ਤੇ ਘਰ ਦੇ 5 ਜੀ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਦੁਨੀਆ ਤੋਂ ਜਾਂਦੇ ਦੇਖੇ। ਉਹ ਮੌਤ ਦਾ ਤਾਂਡਵ ਜਿਹੜਾ ਮਿੱਥ ਕੇ ਕੀਤਾ ਗਿਆ ਸੀ, ਕਤਲੇਆਮ ਸਿੱਖਾਂ ਦਾ, ਘਰਾਂ ਚੋਂ ਕੱਢ ਕੇ ਮਾਰਿਆ ਗਿਆ ਸੀ। ਧੀਆਂ ਦੀ ਬਾਪ ਦੇ ਸਾਹਮਣੇ, ਭਰਾਵਾਂ ਦੇ ਸਾਹਮਣੇ ਪੱਤ ਲੁੱਟੀ ਗਈ ਸੀ, ਰੇਪ ਕੀਤੇ ਗਏ ਸੀ। ਕੀ ਹਸ਼ਰ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ? ਕਸੂਰ ਕੀ ਸੀ? ਪਹਿਲਾਂ ਸਾਡਾ ਤਖਤ ਢਾਇਆ ਤੇ ਫਿਰ ਜੇ ਸਿੰਘਾਂ ਨੇ ਜੋਸ਼ ਵਿੱਚ ਆ ਕੇ ਜੇ ਉਹਨਾਂ ਨੇ ਕੀਤੀ ਦੀ ਸਜ਼ਾ ਦਿੱਤੀ ਸੀ ਤੇ ਬੇਦੋਸ਼ ਸਿੰਘਾਂ ਦਾ ਕੀ ਕਸੂਰ ਸੀ? ਉਹਨਾਂ ਸਿੱਖਾਂ ਦਾ ਕੀ ਕਸੂਰ ਸੀ ਜਿਹੜੇ ਦਿੱਲੀ 'ਚ ਸੀ? ਕਹਿੰਦੇ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਆ, ਤੇ ਕਿੰਨਿਆਂ ਦੀ ਬਲੀ ਚਾੜ ਦਿੱਤੀ, ਕਿੰਨੇ ਬੇਦੋਸ਼ੀਆਂ ਨੂੰ ਕਤਲ ਕੀਤਾ। ਸਾਡੇ ਸਤਿਕਾਰਯੋਗ ਮਾਤਾ ਜੀ ਬੀਬੀ ਜਗਦੀਸ਼ ਕੌਰ ਜੀ, ਜਿਨ੍ਹਾਂ ਨੇ ਆਪਣਾ ਪਤੀ, ਆਪਣਾ ਪੁੱਤਰ ਤੇ 3 ਆਪਣੇ ਭਰਾ, ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਨਾਲ ਕੀ ਹੋਇਆ ਤੇ ਅੱਜ ਤੱਕ ਇਨਸਾਫ ਦੇ ਲਈ ਉਹ ਜੂਝ ਰਹੇ ਨੇ, ਅੱਜ ਤੱਕ ਉਹ ਲੜਾਈ ਕਰ ਰਹੇ ਨੇ ਇਨਸਾਫ ਦੇ ਲਈ। ਕਿਉਂ ਨਹੀਂ ਮਿਲਦਾ ਸਾਨੂੰ ਇਨਸਾਫ? ਬਹੁਤ ਸਾਰੇ ਸਵਾਲ ਆ। ਅੱਜ ਬੀਬੀ ਜਗਦੀਸ਼ ਕੌਰ ਜੀ ਸਾਡੇ ਨਾਲ ਸ਼ਾਮਲ ਨੇ ਤੇ 84 ਦੇ ਉਸ ਦੌਰ ਨੂੰ ਅਸੀਂ ਯਾਦ ਕਰਦੇ ਹਾਂ ਜਿਹਨੂੰ ਸੁਣ ਕੇ ਅੱਖਾਂ ਭਰ ਆਉਂਦੀਆਂ, ਲੂੰ ਕੰਡੇ ਸਾਡੇ ਖੜੇ ਹੋ ਜਾਂਦੇ ਆ। ਪਰ ਉਸ ਤੋਂ ਪਹਿਲਾਂ ਇੱਕ ਹੋਰ ਸਾਡੇ ਬਜ਼ੁਰਗ ਜਿਹੜੇ ਸਾਡੇ ਆਪਣੇ ਸ਼ਹਿਰ 'ਚ ਰਹਿੰਦੇ ਨੇ, ਜਿਹੜੇ ਕਿ ਉੱਥੇ ਗੌਰਮੈਂਟ ਦੀ ਜੌਬ ਕਰਦੇ ਸੀ, ਸਰਦਾਰ ਸੀ, ਉਹਨਾਂ ਨੂੰ ਬੱਸ 'ਚੋਂ ਕੱਢ ਕੇ ਜੌਬ ਆਪਣੀ ਤੋਂ ਕੰਮ ਤੋਂ ਵਾਪਸ ਆਉਂਦਿਆਂ ਨੂੰ ਬੱਸ 'ਚੋਂ ਕੱਢ ਕੇ ਜਿਨ੍ਹਾਂ ਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ, ਸਾਨੂੰ ਖੁਦ ਦੱਸੀ। ਪਹਿਲਾਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਇਨਸਾਫ ਮਿਲਣਾ ਵੀ ਨਹੀਂ, ਗੌਰਮੈਂਟ ਇਹੋ ਜਿਹੀ ਹੈ, ਇਨਸਾਫ ਸਾਨੂੰ ਕਿਤੇ ਨਹੀਂ ਮਿਲਣਾ। ਮੈਂ ਉਸ ਵੇਲੇ ਕਾਨਪੁਰ ਸੀਗਾ ਜੀ, ਮੈਂ ਔਨ ਡਿਊਟੀ ਸੀਗਾ ਤੇ ਡਿਊਟੀ ਦੇ ਟਾਈਮ ਤੇ ਮੈਂ ਉੱਥੇ ਪਤਾ ਲੱਗਾ ਜੀ ਕਿ ਅੱਜ ਇੰਦਰਾ ਮਾਰਤੀ ਗਈ ਹੈ। ਮੈਂ 에ਅਰਫੋਰਸ 'ਚ ਸਰਵਿਸ ਕਰਦਾ ਸੀ ਤੇ ਮੈਂ ਉਸ ਵੇਲੇ ਕਰੀਬ 2 ਦਾ ਟਾਈਮ ਹੋਣਾ ਤੇ ਮੈਂ ਉੱਥੋਂ ਫਿਰ ਲੋਕੀ ਕਹਿਣ ਲੱਗ ਪਏ ਜੀ ਇੰਦਰਾ ਮਾਰਤੀ। ਤੇ ਸ਼ਾਮ ਨੂੰ ਜਿਸ ਵੇਲੇ ਸ਼ਾਮ ਨੂੰ ਸਾਨੂੰ ਛੁੱਟੀ ਹੋ ਗਈ 2-2:30 ਵਜੇ ਦੇ ਬਾਅਦ 4 ਵਜੇ ਸਾਨੂੰ ਛੁੱਟੀ ਹੁੰਦੀ ਸੀ। ਅਸੀਂ ਜਿਸ ਵੇਲੇ 4 ਵਜੇ ਨਾ ਉੱਥੋਂ ਤੁਰੇ ਹਾਂ ਤੇ ਗੌਰਮੈਂਟ ਦੀਆਂ ਬੱਸਾਂ ਸੀ, ਸਾਨੂੰ ਲੈ ਕੇ ਆਏ ਤੇ ਰਸਤੇ 'ਚ ਅਸੀਂ ਜਿਸ ਵੇਲੇ ਸ਼ਹਿਰ ਦੇ ਅੰਦਰ ਵੜੇ ਹਾਂ, ਸ਼ਹਿਰੋਂ ਬਾਹਰ 에ਅਰਫੋਰਸ ਸਟੇਸ਼ਨ ਹੈ, ਤੇ ਜਿਸ ਵੇਲੇ ਅਸੀਂ ਸ਼ਹਿਰ ਦੇ ਅੰਦਰ ਵੜੇ ਹਾਂ ਤੇ ਉੱਥੇ ਮੈਨੂੰ ਗੱਡੀ 'ਚੋਂ ਥੱਲੇ ਲਾ ਲਿਆ। ਸਰਦਾਰ ਮੈਂ ਹੀ ਇਕੱਲਾ ਸੀ ਉਹਦੇ ਵਿੱਚ ਤੇ ਮੈਨੂੰ ਮਾਰਿਆ ਬਹੁਤ। ਮਾਰਨ ਦੇ ਬਾਅਦ ਤੇ ਇੱਕ ਬੰਦੇ ਨੇ ਪੱਗ ਵੀ ਮੇਰੀ ਲਾ ਲਈ, ਫਿਰ ਇੱਕ ਬੰਦੇ ਨੇ ਮੈਨੂੰ ਉਹ ਲੱਗਾ ਸੀ ਕੈਂਚੀ ਕੱਢ ਕੇ ਮੇਰੇ ਮਾਰਨ, ਇਹਦਾ ਵਾਲ ਕੱਟਣ ਲੱਗਾ
ਉਹਨੇ ਕਿਹਾ ਵਾਲ ਨਹੀਂ ਤੂੰ ਕੱਟ ਸਕਦਾ। ਉਹ ਜਾਣ ਉਹਨਾਂ ਦੇ ਜਾਣ ਪਛਾਣ ਦੇ ਉਸ ਮਹੱਲੇ ਦੇ ਸੀਗੇ। ਉਹ ਮੁੜ ਕੇ ਮੈਨੂੰ ਕਹਿਣ ਲੱਗੇ, ਮੈਨੂੰ ਥੱਲੇ ਚੁੱਕ ਕੇ ਸੁੱਟਿਆ, 5-7 ਬੰਦੇ 10 ਬੰਦੇ ਮੇਰੇ ਉੱਤੇ ਲੱਗ ਪਏ ਮਾਰਨ ਮੈਨੂੰ। ਮੈਂ ਜਿੱਦਾਂ ਜਿੱਦਾਂ ਬੰਦਾ ਫਿਰ ਮੈਨੂੰ ਬਚਾ ਲਿਆ। ਉਹਦੇ ਬਾਅਦ ਮੈਨੂੰ ਕਹਿੰਦੇ ਬੱਸ 'ਚ ਫਿਰ ਬਹਿ ਜਾ। ਮੈਂ ਬੱਸ 'ਚ ਬੈਠ ਕੇ ਗਿਆ ਕਿ ਨਾ ਥਾਣੇ। ਪੁਲਿਸ ਵਾਲਿਆਂ ਨੇ ਮੈਨੂੰ ਅੰਦਰ ਨਹੀਂ ਰੱਖਿਆ। ਮੈਨੂੰ ਕਹਿੰਦੇ ਨੋ ਅਲਾਉ ਨਹੀਂ ਹੈ ਸਾਨੂੰ ਥਾਣੇ 'ਚ ਤੁਹਾਨੂੰ ਰੱਖਣ ਵਾਸਤੇ। ਹੋਰ ਦੱਸੋ, ਏਅਰਫੋਰਸ ਕੈਂਪਸ ਦੇ ਅੰਦਰ ਹੋਇਆ। ਏਅਰਫੋਰਸ ਕੈਂਪਸ ਦੇ ਅੰਦਰ ਵੀ ਦੰਗੇ ਫਸਾਦ ਹੋਇਆ ਤਾਂ ਇਸ ਤੋਂ ਜ਼ਿਆਦਾ ਹੋਰ ਕੀ ਕਰੂ। ਜਦ ਕਿ ਸਾਡਾ ਉੱਤੇ ਦਾ DGP ਕੀ ਉਹਨਾਂ ਦੇ IG ਸਰਦਾਰ ਸੀਗਾ ਬੇਦੀ। ਉਹਨੂੰ ਪੁੱਛਿਆ ਸੀ, ਉਹ ਕਹਿੰਦੇ ਜੀ ਮੈਂ ਪਾਵਰਲੈਸ ਕਰਕੇ ਮੈਨੂੰ ਅੰਦਰ ਬਿਠਾਤਾ ਸੀ। ਕਹਿੰਦਾ ਮੇਰੇ ਕੋਲ ਕੋਈ ਪਾਵਰ ਹੈ ਨਹੀਂ ਸੀ ਤੇ ਮੈਂ ਹੁਣ ਕਰਦਾ ਕੀ, ਮੇਰੇ ਕੋਲ ਕੀ ਪਾਵਰ ਰਹਿ ਗਈ, ਮੇਰੇ ਕੋਲ ਪਾਵਰ ਹੀ ਹੈ ਨਹੀਂ ਸੀ। ਫਿਰ ਉਹਦੇ ਬਾਅਦ ਮੈਂ ਘਰ ਆਏ ਆ। ਮੈਂ ਫਿਰ ਰਾਤ ਨੂੰ ਘਰ ਨਹੀਂ ਆ ਸਕਿਆ। ਉਤੋਂ ਮੈਨੂੰ ਇੱਕ ਬੰਦਾ ਮਿਲਿਆ, ਉਹਦੇ ਸਕੂਟਰ ਕਹਿੰਦਾ ਮੇਰੇ ਨਾਲ ਦੇ ਬੰਦਿਆਂ ਨੇ ਮੈਨੂੰ ਸਕੂਟਰ 'ਤੇ ਬਿਠਾ ਦਿੱਤਾ। ਉਹ ਫਿਰ ਸਕੂਟਰ 'ਤੇ ਬਿਠਾ ਕੇ ਮੈਂ ਜਿਸ ਵੇਲੇ ਅੱਗੇ ਗਿਆ, ਅੱਗੋਂ ਝੁੰਡ ਦਾ ਝੁੰਡ 100-200 ਬੰਦਾ ਆ ਰਿਹਾ ਸੀ। ਉਹਨੇ ਸਕੂਟਰ ਮੋੜ ਕੇ ਕਿਸੇ ਹੋਰ ਦੇ ਘਰ ਲੈ ਵੜਿਆ। ਉੱਥੇ ਮੈਂ ਰਾਤ ਦੇ 2 ਵਜੇ ਤੱਕ ਉੱਥੇ ਰਿਹਾ। ਉਹਨਾਂ ਮੇਰੀ ਪੱਗ ਲਾ ਲਈ, ਪੱਗ ਨਹੀਂ ਮੈਨੂੰ ਦਿੱਤੀ। ਫਿਰ 2 ਵਜੇ ਤੱਕ ਮੈਂ ਉਹਨਾਂ ਦੇ ਕੋਲ ਉੱਥੇ ਰਿਹਾ। ਉਸ ਵੇਲੇ ਮੈਂ 2 ਵਜੇ ਦੇ ਨਾਲ ਫਿਰ ਮੈਂ ਉੱਥੋਂ ਦੌੜ ਕੇ ਨੰਗੇ ਪੈਰੀ, ਜੁੱਤੀਆਂ ਮੇਰੇ ਹੈ ਨਹੀਂ, ਜੁੱਤੀਆਂ ਵੀ ਉਹਨਾਂ ਲੈ ਲਈਆਂ। ਨੰਗੇ ਪੈਰੀ ਮੈਨੂੰ ਉੱਥੇ ਕਰੀਬ 1.5 ਮੀਲ ਦਾ ਸਫ਼ਰ ਹੋਣਾ ਜਿਹੜਾ ਮੈਂ ਦੌੜ ਕੇ ਕੱਟਿਆ। ਤੇ ਅੱਗੇ ਆਇਆ ਤੇ ਮੇਰੇ ਘਰ ਤਾਲੇ ਬੰਦ। ਮੈਂ ਕਿਹਾ ਫਿਰ ਨਾਲ ਦੇ ਸੀਗੇ, ਉਹ ਕਹਿੰਦੇ ਕੋਈ ਨਹੀਂ ਅੰਦਰ ਹੀ ਨੇ ਸਾਰੇ, ਤੁਸੀਂ ਇੱਧਰ ਦੀ ਸਾਡੇ ਘਰ ਵੱਲ ਦੀ ਕੰਧ ਟੱਪ ਕੇ ਚਲੇ ਜਾਓ। ਮੈਂ ਉਹਨਾਂ ਦੇ ਘਰੋਂ ਕੰਧ ਟੱਪ ਕੇ ਗਿਆ। ਫਿਰ ਦੂਸਰੇ ਦਿਨ ਤੋਂ ਵੀ ਉਹ ਬੰਦੇ ਤੇ ਬੰਦਾ ਆਏ, ਰੋਜ਼ ਸਾਡੇ ਘਰਾਂ ਨੂੰ ਲੁੱਟਣ ਆਉਣ। ਕੋਈ ਮਹੱਲੇ ਦੇ 1-2 ਬੰਦੇ ਐਸੇ ਸੀਗੇ, ਉਹਨਾਂ ਨੇ ਕਿਹਾ ਖਬਰਦਾਰ ਹੈ ਕਿ ਸਰਦਾਰਾਂ ਦੇ ਘਰ ਤੁਸੀਂ ਹੱਥ ਨਹੀਂ ਲਾ ਸਕਦੇ। ਉਹਨਾਂ ਨੇ ਸਾਨੂੰ ਬਚਾਇਆ। ਫਿਰ ਉਹਦੇ ਬਾਅਦ ਸਾਨੂੰ ਕੈਂਪ 'ਚ ਲੈ ਗਏ। ਅਸੀਂ 1 ਹਫ਼ਤਾ ਕੈਂਪ 'ਚ ਰਹੇ ਹਾਂ। ਉਹਦੇ ਬਾਅਦ ਫਿਰ 1 ਹਫ਼ਤੇ ਦੇ ਬਾਅਦ ਫਿਰ ਸਾਨੂੰ ਕਿਹਨਾਂ ਘਰ ਵਾਪਸ ਆਏ ਆਪਣੇ ਘਰ। ਸਾਡੇ ਤੇ ਸਾਰੇ ਠੀਕ ਸੀਗੇ। ਸਾਡੇ ਜਾਣ ਪਛਾਣ ਦੇ ਮੇਰੇ ਕੋਲ ਸੀਗਾ ਮੇਜਰ ਇੱਕ ਸੀਗਾ। ਉਹਦੇ ਘਰ ਦਾ ਸਾਰਾ ਪੂਰਾ ਘਰ ਹੀ ਉਹਦਾ ਲੁੱਟ ਲਿਆ ਤੇ ਸਾਰੇ ਬੱਚੇ ਮਾਰਤੇ। ਇੱਕ ਕੁੜੀ ਬਚੀ ਸੀ ਛੋਟੀ ਜਿਹੀ, ਉਹਨੂੰ ਨੌਕਰਾਨੀ ਲੈ ਗਈ। ਉਹ ਕਹਿੰਦੀ ਕਿ ਮੇਰੀ ਕੁੜੀ ਹੈ, ਇਸ ਕਰਕੇ ਉਹ ਬਚ ਗਈ। ਬਾਕੀ ਸਾਰੇ ਦੇ ਸਾਰੇ ਮਾਰਤੇ। ਪੂਰਾ ਘਰ ਕੰਧਾਂ ਟੱਪ ਕੇ ਆਏ ਆ ਰਾਈਫਲਾਂ ਲੈ ਕੇ। ਉਹਨਾਂ ਨੇ ਉੱਦਾਂ ਕੀਤੀਆਂ, ਮਾਰ ਕੇ ਪੁਲਿਸ ਵਾਲਿਆਂ ਨੇ ਮਾਰਿਆ ਸਾਨੂੰ ਲੋਕਾਂ ਨੂੰ। ਪੁਲਿਸ ਵਾਲਿਆਂ ਨੇ ਸਾਡੇ ਘਰ ਲੁੱਟੇ ਆ। ਵਾਪਸ ਗਏ, ਜਾਬ ਤੇ ਗਏ। ਫਿਰ ਕੋਈ ਇਨਸਾਫ ਦੀ ਮੰਗੋ, ਕਹਿੰਦੇ ਅਸੀਂ ਕਰ ਕੁਛ ਨਹੀਂ ਸਕਦੇ, ਸੈਂਟਰਲ ਦਾ ਆਰਡਰ, ਅਸੀਂ ਕੁਛ ਨਹੀਂ ਕਰ ਸਕਦੇ। ਅਸੀਂ ਕੀ ਕਰੀਏ? ਸਾਡੀ ਇਹ ਹੈ ਕਿ ਸਾਨੂੰ ਜਿੰਨੇ ਦਿਨ ਅਸੀਂ 10-12 ਦਿਨ ਕਰ ਰਹੇ ਹਾਂ, ਸਾਡੀ ਪੇਮੈਂਟ ਨਹੀਂ ਕੱਟੀ। ਪੇਮੈਂਟ ਸਾਨੂੰ ਮਿਲੀ ਹੈ। ਬਹੁਤ ਹੋਏ ਕਲਾ ਟਾਇਰ ਪਾ ਕੇ ਤੇ ਸਾੜੇ ਆ ਬੰਦੇ ਸਾਡੇ। ਹੋਰ ਇਸ ਤੋਂ ਜ਼ਿਆਦਾ ਕੀ ਕਰਾਂਗੇ? ਉਸ ਟਾਇਰ ਪਾ ਕੇ ਗਲ 'ਚ ਬੰਦੇ ਸਾੜ ਦਿੱਤੇ ਆ। ਜਿੰਦੇ ਤਮਾਸ਼ਾ ਕਰਦੇ ਆਂਢ ਗੁਆਂਢ ਢੋਲ ਵਜਾ ਕੇ ਬੰਦੇ ਮਾਰ ਕੇ ਸਾੜਦੇ ਰਹੇ ਆ। ਤੁਹਾਡੇ ਨਾਲ ਸਾਂਝੀ ਕੀਤੀ ਇਹ ਵੀਡੀਓ, ਜਿਹੜੀ ਕਿ ਇੱਥੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਬਜ਼ੁਰਗਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਖੁਦ ਇਹ ਹੰਡਾਇਆ ਸਾਰਾ ਆਪਣੇ ਉੱਤੇ। ਤੇ ਅੱਜ 36 ਵਰ੍ਹੇ ਹੋ ਗਏ ਆ। ਅਸੀਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਭਾਵੁਕ ਹੁੰਦੇ ਆ, ਸਾਡੇ ਹਿਰਦੇ ਵਲੂੰਦਰੇ ਜਾਂਦੇ ਆ। ਬਾਰ-ਬਾਰ ਅਸੀਂ ਇਨਸਾਫ ਦੀ ਮੰਗ ਕਰਦੇ ਆ। ਪਰ ਧੰਨ ਜਿਗਰਾ ਉਸ ਮਾਂ ਦਾ ਜਿਹਨੇ ਹੱਥੀਂ ਆਪਣਾ ਪੁੱਤ ਵੀ ਤੋਰਿਆ, ਪਤੀ ਵੀ ਤੋਰਿਆ, 3 ਭਰਾ ਵੀ ਤੋਰੇ ਤੇ ਇਨਸਾਫ ਦੇ ਲਈ ਵੀ ਡਟ ਕੇ ਲੜ ਰਹੇ ਨੇ। ਬਹੁਤ ਹੀ ਸਤਿਕਾਰਯੋਗ ਸਾਡੇ ਮਾਤਾ ਜੀ ਜਗਦੀਸ਼ ਕੌਰ ਜੀ ਸਾਡੇ ਨਾਲ ਨੇ। ਖਾਸ ਅੱਜ ਇਸੇ ਤੇ ਗੱਲਬਾਤ ਹੋਏਗੀ ਤਾਂ ਬੀਜੀ ਹੁਣਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਜੀ ਸ਼ੋਅ ਦੇ ਵਿੱਚ। ਬੀਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬੀਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ। ਇਹਨਾਂ ਦਿਨਾਂ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਬਹੁਤ ਮਨ ਕਹਿੰਦੇ ਕਿ ਤੁਸੀਂ ਤਾਂ ਇੰਨੇ ਲੰਬੀ ਲੜਾਈ ਲੜਦੇ ਆ ਰਹੇ ਹੋ। ਅਸੀਂ ਤੇ ਸੁਣਿਆ, ਛੋਟੇ ਸੀ, ਬੱਚੇ ਸੀ, ਸੁਣ ਕੇ ਸਾਡੇ ਰੌਂਗਟੇ ਖੜੇ ਹੋ ਜਾਂਦੇ ਆ, ਸੁਣ ਕੇ ਅੱਖਾਂ ਭਰ ਆਉਂਦੀਆਂ। ਤੁਸੀਂ ਤੇ ਸਾਰਾ ਅੱਖੀਂ ਦੇਖਿਆ।
ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ 31 ਅਕਤੂਬਰ ਦੀ ਜਿਹੜੀ ਜਦੋਂ ਇੰਦਰਾ ਗਾਂਧੀ ਦੇ ਮਰਨ ਦੀ ਖਬਰ ਆਈ ਉਸ ਤੋਂ ਬਾਅਦ ਕੀ ਹੋਇਆ, ਕਿਵੇਂ ਹੋਇਆ, ਸਾਰਾ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਅਕਸਰ ਹੋਇਆ ਕੀ ਸੀ, ਉੱਥੇ ਕੀ ਹੋਇਆ ਸੀ, ਕਿਵੇਂ ਮਿੱਥ ਕੇ ਘਰਾਂ ਤੋਂ ਕੱਢ ਕੇ ਸ਼ਨਾਖਤ ਕਰਕੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਸੋ ਬੀਜੀ ਤੁਹਾਡੇ ਤੋਂ ਜਾਣਨਾ ਚਾਹੂੰਗੀ ਮੈਂ ਕਿ ਤੁਸੀਂ ਦੱਸੋ ਕਿ ਕਿਵੇਂ ਦਾ ਮਾਹੌਲ ਸੀ, ਕਿਵੇਂ ਸਾਰਾ ਪਹਿਲਾਂ ਠੀਕ ਠਾਕ ਸੀ, ਇੱਕਦਮ ਕੀ ਹੋਇਆ ਅਚਾਨਕ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਦੇਖੋ 31 ਤਰੀਕ ਨੂੰ ਉਹਨੂੰ ਗੋਲੀ ਵੱਜੀ ਆ ਤੇ 9-10 ਵਜੇ ਕੋਈ ਮਹਿਮਾਨ ਆਈ ਸੀ, ਉਹ ਕਹਿਣ ਲੱਗੀ ਵੀ ਮੈਡੀਕਲ ਇੰਸਟੀਚਿਊਟ ਲੱਗੇ ਨਾ ਬੜੀ ਭੀੜ ਲੱਗੀ ਆ ਜੀ। ਤੇ ਉਹ ਕਹਿੰਦੇ ਵੀ ਇੰਦਰਾ ਗਾਂਧੀ ਨੂੰ ਗੋਲੀ ਵੱਜ ਗਈ, ਨਹੀਂ ਪਤਾ ਵੀ ਮਰ ਗਈ ਆ ਕਿ ਹੈਗੀ ਆ। ਜੀ ਚਲੋ ਥੋੜੀ ਹੌਲੀ 11 ਵਜੇ ਡਿਕਲੇਅਰ ਹੋ ਗਿਆ ਵੀ ਇੰਦਰਾ ਗਾਂਧੀ ਦੀ ਡੈਥ ਹੋ ਗਈ, ਮਰ ਗਈ। ਜੀ। ਫਿਰ ਦਫ਼ਤਰ ਬੰਦ ਹੋ ਗਏ, ਇਹ ਮੇਰਾ ਹਸਬੈਂਡ ਵੀ ਘਰ ਆ ਗਿਆ ਤੇ ਕਾਲਜ ਬੰਦ ਹੋ ਗਏ, ਬੇਟਾ ਵੀ ਘਰ ਆ ਗਿਆ, ਬੱਚੇ ਸਕੂਲ ਤੋਂ ਘਰ ਆ ਗਏ। 31 ਤਰੀਕ ਬੜੀ ਸ਼ਾਂਤੀ ਨਾਲ ਆਰਾਮ ਨਾਲ ਰਾਤ ਤੱਕ ਕੋਈ ਕਿਸੇ ਵੱਲ ਗਹਿਰੀ ਨਿਗਾਹ ਨਾਲ ਨਹੀਂ ਵੇਖਦਾ ਸੀ, ਬੜੇ ਆਰਾਮ ਨਾਲ। ਜਿੱਥੇ ਦੂਸਰੇ ਦਿਨ 2 ਤਰੀਕ ਨੂੰ ਲਾਸ਼ਾਂ ਦੇ ਢੇਰ ਲੱਗੇ, ਉੱਥੋਂ ਸ਼ਾਮੀ ਜਾ ਕੇ ਅਸੀਂ ਮਾਂ ਬੇਟਾ ਦੋਵੇਂ ਸਬਜ਼ੀ ਲੈ ਵੀ ਪਤਾ ਨਹੀਂ ਕਰਫਿਊ ਲੱਗ ਜਾਏ, ਥੋੜੀ ਸਬਜ਼ੀ ਘਰ ਲੈ ਚਲੀਏ। ਜੀ। ਬਸ ਰਾਤ ਨੂੰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਗਿਆ, ਉਹਨੇ ਪ੍ਰਧਾਨ ਮੰਤਰੀ ਚੁੱਕ ਲਈ ਤੇ ਉਹਨੇ ਆਪਣੇ ਜਿਹੜੇ MP ਸੀ ਆਪੋ ਆਪਣੇ ਇਲਾਕਿਆਂ 'ਚ ਘੱਲ ਦਿੱਤੇ ਤੇ ਉਹਨਾਂ ਨੇ ਆਪਣੇ ਗੁੰਡੇ ਇਕੱਠੇ ਕਰਕੇ, ਧਾੜਾਂ ਇਕੱਠੀਆਂ ਕਰਕੇ ਤੇ ਹਮਲੇ ਕਰਨੇ ਸ਼ੁਰੂ ਕਰਤੇ। ਸਭ ਤੋਂ ਪਹਿਲਾਂ 1 ਨਵੰਬਰ ਨੂੰ ਪਤਾ ਲੱਗਾ ਵੀ ਜਿਹੜੇ ਪਿੱਛੋਂ ਮਿਲਟਰੀ ਵਾਲੇ ਆ ਰਹੇ ਨੇ 9 ਵਜੇ ਦੇ, ਜਿਹੜੇ ਪਿੱਛੋਂ ਮਿਲਟਰੀ ਵਾਲੇ ਜਾ ਰਹੇ ਨੇ ਜਾਂ ਆ ਰਹੇ ਨੇ ਜਾਂ ਕਿਤੋਂ ਜਾ ਰਹੇ ਨੇ, ਉਹਨਾਂ ਨੂੰ ਸਿੱਖ ਮਿਲਟਰੀ ਵਾਲਿਆਂ ਨੂੰ ਕੱਢ ਕੇ ਤੇ ਅੱਗ ਲਾ ਕੇ ਤੇ ਗੱਡੀਆਂ ਦੇ ਅੱਗੇ ਸੁੱਟ ਰਹੇ ਨੇ। ਜੀ। ਤੇ ਉਹ ਇੱਕ ਐਡਵੋਕੇਟ ਸੀ ਮੇਰੇ ਬੇਟੇ ਦਾ ਦੋਸਤ, ਉਹ ਮੇਰੇ ਘਰ ਆਇਆ ਦੌੜ ਕੇ ਵੀ ਆਂਟੀ गुरप्रीत को अंकल को बाहर मत निकलने देना, वो सिखों को मार रहे हैं। मैं कहा शायद मखौल कर जी। मैं कहा फिर तो कुछ ले आया नहीं आंदा, अज मैं आंखों से देख के आया जेडे आर्मी वाले पिछों आ रहे ने सिख, उन्हां को ला के अग्गा ला के गड्डी दे अगे सुट रहे ने। फिर ते बड़ी चिंता भी होई है, जे साडे पासे ते ठीक सी जी। बस 11 वजे दा टाइम होया है 1 नवंबर ਨੂੰ ਤੇ ਬੰਗਲਿਆਂ ਨੂੰ ਅੱਗਾਂ ਲੱਗਣ ਲੱਗੀਆਂ, ਨਸੂਗੜ ਵੱਲ ਵੱਡੇ ਵੱਡੀਆਂ ਲਾਟਾਂ ਤਾਂ ਨਿਕਲ ਰਿਹਾ ਪਿਆ, ਗੱਡੀਆਂ ਸੜਦੀਆਂ, ਪਤਾ ਨਹੀਂ ਕੀ ਕੁਝ ਹੋ ਰਿਹਾ। ਤੇ ਅਜੇ ਸਾਡੇ ਇਲਾਕੇ ਅਜੇ ਕੋਈ ਸ਼ਾਂਤੀ ਸੀ, ਕਿਸੇ ਨੂੰ ਅੱਗ ਨਹੀਂ ਸੀ ਲੱਗੀ। ਦੋਵੇਂ ਮਾਂ ਬੇਟੀ ਤੇ ਚੜ ਕੇ ਕੋਠੇ ਤੇ ਵੇਖਿਆ ਵੀ ਬੜੀ ਚਿੰਤਾ ਹੋਈ ਵੀ ਅੱਗਾਂ ਲੱਗਣ ਲੱਗ ਪਈਆਂ ਨੇ, ਹੁਣ ਤੇ ਖੈਰ ਨਹੀਂ ਜੀ। ਬਸ ਵੇਖਦੇ ਵੇਖਦੇ ਕੋਈ 12 ਕੁ ਦਾ ਟਾਈਮ ਹੋਣਾ ਹੈ ਤੇ ਪਿੱਛੇ ਢਿੱਲੋਂ ਸਾਹਿਬ ਦੀ ਕੋਠੀ ਨੂੰ ਅੱਗ ਲੱਗ ਗਈ। ਤੇ ਇਹ ਮੇਰਾ ਬੇਟਾ ਜਿਹੜਾ ਸ਼ਹੀਦ ਹੋ ਗਿਆ, ਉਹ ਆਂਦਾ ਵੀ ਮੰਮੀ ਹੁਣ ਸਾਡੀ ਵਾਰੀ ਆ, ਪਿੱਛੋਂ ਢਿੱਲੋਂ ਸਾਹਿਬ ਦੀ ਕੋਠੀ ਨੂੰ ਅੱਗ ਲੱਗ ਗਈ ਹੈ। ਤੇ ਉਹ ਬਸ ਵੇਖਦੇ ਵੇਖਦੇ ਨਾਰਿਆਂ ਦੀ ਆਵਾਜ਼ ਆਉਣ ਡਿਆ ਵੀ मारो इन गद्दारों को, मारो इन आतवादियों को, मारो इन नागों को, मारो, एक भी सरदार जिंदा नहीं छोड़ेंगे, साड़ी माँ को मार दिया। पता नहीं ਉਹ ਮੈਨੂੰ ਬੇਟਾ ਆਖਣ ਲੱਗਾ ਵੀ 3 ਬੇਟੀਆਂ ਸੀ ਛੋਟੀਆਂ, ਮੰਮੀ ਇਹਨਾਂ ਨੂੰ ਨਾ ਪੰਡਤਾਂ ਦੇ ਘਰ ਭਜਾਇਆ। ਮੈਂ ਦੌੜਾ ਕੇ ਪੰਡਤਾਂ ਦੇ ਘਰ ਛੱਡੀਆਂ। ਛੋਟਾ ਕਾਕਾ ਸੀ ਆ ਜਿਹੜਾ ਹੁਣ ਇੱਥੇ ਆਇਆ ਜੀ, ਇਹ ਛੋਟਾ ਜਿਹਾ ਸੀ 6 ਸਾਲਾਂ ਦਾ। ਉਹਨੇ ਮੈਨੂੰ ਯਾਦ ਕਰਾਇਆ ਵੀ ਗੋਲਡੀ ਨੂੰ ਵੀ ਪੰਡਤਾਂ ਦੇ ਘਰ ਛੱਡਿਆ, ਡਰੇਗਾ, ਪਤਾ ਨਹੀਂ ਹੁਣ ਉਹ ਕੀ ਕਰਨਗੇ। ਬਸ ਅਜੇ ਆਈ ਹੈ ਛੁੱਟ ਕੇ ਤੇ ਮੇਰੀ ਕੋਠੀ ਨੂੰ ਚਾਰੋਂ ਤਰਫ ਘੇਰਾ ਪੈ ਗਿਆ। ਮਾਰੋ ਮਾਰੋ, ਕੋਈ ਦਰਵਾਜ਼ਾ ਤੋੜਦਾ, ਕੋਈ ਕੰਧਾਂ ਤੋੜਦਾ, ਦੁਆਰਾ। ਪਹਿਲੋਂ ਸਭ ਤੋਂ ਆ ਕੇ ਲੀਡਰ ਇਕੱਠੇ ਦੁਆਰ ਕੇ ਗੇਟ ਅੱਗੇ ਖੜੇ ਹੋ ਗਏ, ਉਹਨਾਂ ਨਿਸ਼ਾਨਦਾਈ ਕੀਤੀ। ਰਾਸ਼ਨ ਕਾਰਡ ਵਾਲਾ ਨਾਲ ਸੀ, ਲਿਸਟ ਨਾਲ ਸੀ, ਨਿਸ਼ਾਨਦਾਈ ਕੀਤੀ ਵੀ ਆ ਸਿੱਖਾਂ ਦਾ ਘਰ ਹੈ ਜੀ। ਚਲ ਬੇਟੇ ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇੱਧਰ ਅੱਗੇ ਨਾ ਹੋਇਆ ਲੁੱਟ ਕੇ। ਮੈਨੂੰ ਇਹ ਨਹੀਂ ਪਤਾ ਸੀ ਵੀ ਉਹਨਾਂ ਨੇ ਪਹਿਲਾਂ ਮਾਰਨੇ ਆ ਸਿੱਖ ਨੇ, ਵੀ ਤੁਸੀਂ ਲੁੱਟ ਕੇ ਲੈ ਜਾਣਗੇ ਖਸਮਾਂ ਨੂੰ ਖਾਏ, ਤੁਸੀਂ ਅੱਗੇ ਨਾ ਹੋਏ ਜੀ। ਬਸ ਉਹ ਪਿੱਛੇ ਬੇਟਾ ਖਲੋਤਾ ਆਇਆ ਸੀ, ਬੜਾ ਜਵਾਨ ਸੀ, 6 ਫੁੱਟ ਜਵਾਨ ਹੋਣਾ। ਉਹ ਖਲੋਤਾ ਸੀ, ਆਉਂਦੇ ਉਹਨੂੰ ਮਾਰਨ ਲੱਗ ਪਏ। ਉਹ ਜਵਾਨ ਸੀ, ਉਹ ਥੋੜਾ ਚੁੱਕ ਕੇ ਨਾ ਸ਼ਟਰ ਚੁੱਕ ਕੇ ਤੇ ਬਾਹਰ ਨੂੰ ਭੱਜ ਗਿਆ। ਜਦੋਂ ਭੱਜ ਗਿਆ ਤੇ ਅੱਗੇ ਲੀਡਰ ਲੋਕ ਖਲੋਤੇ ਸੀ ਕੈਨੀਆਂ ਲੈ ਕੇ। ਇਹਨਾਂ ਇਸ ਤਰੀਕੇ ਨਾਲ ਹਮਲਾ ਕੀਤਾ ਸੀ ਨਾ ਜਿਸ ਤਰ੍ਹਾਂ ਜੰਗ ਲਾਉਣੀ ਹੁੰਦੀ ਆ, ਜਿਹੜੀਆਂ ਅੱਗੋਂ ਸੜਕਾਂ ਲਿੰਕ ਹੁੰਦੀਆਂ ਸੀ, ਉਹਦੇ ਅੱਗੇ ਲੀਡਰ ਖੜੇ ਹੋ ਗਏ ਸੀ ਜੀ। ਬਸ ਉਹ ਇਹਨਾਂ ਨੇ ਉਹਦੇ ਉੱਤੇ ਸੋਹਣੀਆਂ ਜਿਹੀਆਂ ਸੱਟਾਂ ਮਾਰ ਕੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਤੀ
ਤੇ ਮੇਰੇ ਹਸਬੈਂਡ ਨੂੰ ਤੇ ਮੈਂ ਕੀ ਦੱਸਾਂ ਕਿੰਨੇ ਕੁ ਜ਼ਖਮ ਹੋਏ ਹੋਣਗੇ, ਕਿੰਨੀਆਂ ਕੁ ਚੋਟਾਂ ਲਾਈਆਂ ਹੋਣਗੀਆਂ, ਸਿਰ ਤੇ ਪਤਾ ਨਹੀਂ ਦਿਸਦਾ ਹੀ ਨਹੀਂ ਸੀ, ਏਦਾਂ ਫੇਰ ਦਿੱਤਾ ਸੀ। ਤੇ ਉਹ ਤੇ ਡਰਾਇੰਗ ਰੂਮ 'ਚ ਡਿੱਗ ਪਏ, ਘਰ ਬਾਰ ਲੁੱਟ ਕੇ ਤੋੜ ਤਾੜ ਕੇ ਤੇ ਅੱਗ ਲਾ ਕੇ ਚਲੇ ਗਏ। ਉਹ ਸਾਹਮਣੇ ਬੇਟਾ ਪਿਆ ਸੀ, ਮੈਂ ਦੌੜ ਕੇ ਗਈ ਆਪਣੇ ਬੇਟੇ ਕੋ, ਮੈਂ ਆਵਾਜ਼ ਮਾਰੀ, ਅਜੇ ਸਵਾਸ ਚੱਲਦੇ ਸੀ, ਮੈਂ ਆਵਾਜ਼ ਮਾਰੀ, ਗੁਰਪ੍ਰੀਤ ਬੇਟਾ ਹੁਣ ਮੈਂ ਤੇਰੀ ਮਾਂ ਨਹੀਂ ਆ, ਮੇਰਾ ਤੇਰਾ ਰਿਸ਼ਤਾ ਟੁੱਟ ਗਿਆ, ਮੈਂ ਤੈਨੂੰ ਸਭ ਕੁਝ ਬਖਸ਼ਿਆ, ਹੁਣ ਤੂੰ ਬਾਜਾ ਵਾਏ ਦਾ ਪੋਤਿਆ, ਕਲਗੀ ਵਾਏ ਦਾ ਧਿਆਨ ਧਰ ਲਾ, ਵਾਹਿਗੁਰੂ ਆਖ, ਸਤਨਾਮ ਕਹੋ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰ। ਉੱਥੇ ਮੈਂ ਰੋਲੀ ਪਾਈ, ਮੈਂ ਕਿਹਾ ਮੈਨੂੰ ਕੋਈ ਪਾਣੀ ਦਿਓ, ਮੈਂ ਆਪਣੇ ਬੇਟੇ ਦੇ ਮੂੰਹ 'ਚ ਪਾ ਲਵਾਂ। ਇੱਕ ਬੀਬੀ ਲਿਆਈ ਜੱਗ 'ਚ ਪਾਣੀ, ਮੈਂ ਪਾਣੀ ਮੂੰਹ 'ਚ ਪਾਇਆ, ਵਾਹਿਗੁਰੂ ਆਖਿਆ, ਸਤਨਾਮ, ਉਹਦੇ ਸਵਾਸ ਪੂਰੇ ਹੋ ਗਏ। ਸੜਿਆ ਪਿਆ ਸੀ ਅੱਧਾ, ਜਦੋਂ ਸਵਾਸ ਪੂਰੇ ਹੋ ਗਏ ਤੇ ਹੁਣ ਕਿਹਨੂੰ ਆਖਾਂ, ਉੱਥੇ ਤੇ ਧਰਤੀ ਵੀ ਮਾਰਦੀ, ਆਕਾਸ਼ ਵੀ ਮਾਰਦਾ, ਪਤਾ ਨਹੀਂ ਸਭ ਦੁਨੀਆ ਮਾਰੋ ਮਾਰ ਹੋ ਰਹੀ, ਸਿੱਖ ਮਾਰੋ। ਫਿਰ ਹੁਣ ਕੀ ਆਖਾਂ, ਕੌਣ ਪਾਏਗਾ? ਮੇਰਾ ਚਰਾਏ ਚੋਂ ਬੇਟਾ ਏਡਾ ਜਵਾਨ, ਮੈਂ ਦੌੜ ਕੇ ਆਈ ਘਰੋਂ, ਮੰਜੀ ਖੜੀ, ਉਹਦੇ ਤੋਂ ਇੱਕ ਭਰਾ ਮੇਰਾ ਪਹਿਲਾਂ ਹੀ ਮੋਨਾ ਸੀ ਜਗਸ਼ੇਰ, ਇਹ ਤੇ ਇੱਕ ਉਹੀ ਐਡਵੋਕੇਟ ਸੀ ਜਿਹੜਾ ਸ੍ਰੀ, ਉਹਨੇ ਸਿਰ ਵੱਲੋਂ ਫੜਿਆ, ਮੈਂ ਪੈਰਾਂ ਬੜੀ ਮੁਸ਼ਕਲ ਨਾਲ ਮੰਜੀ ਤੇ ਰੱਖਿਆ, ਪੈਰਾਂ ਵੱਲੋਂ ਮੰਜੀ ਮੈਂ ਫੜੀ, ਸਿਰ ਵੱਲੋਂ ਉਹਨਾਂ ਫੜੀ, ਹੌਲੀ ਹੌਲੀ ਕੋਈ ਉੱਠੀ ਤੇ ਥੋੜੀ ਜਿਹੀ ਗੇਟ ਦੇ ਅੰਦਰ ਕਰ ਲਈ, ਪਰ ਹੁਣ ਏਡਾ ਜਵਾਨ ਕਿਹੜਾ ਚੁੱਕਿਆ ਜਾਂਦਾ ਸੀ ਜੀ, ਅੰਦਰ ਕਰ ਲਈ। 1 ਵਜੇ ਤੇ ਮੈਂ ਪੁਲਿਸ ਚੌਂਕੀ ਗਈ ਹੈ, ਮੇਰਾ ਬੇਟਾ ਤੇ ਮੇਰਾ ਪਤੀ ਮਾਰ ਦਿਆ, ਘਰ ਲੁੱਟ ਕੇ ਲੈ ਗਏ ਨੇ। ਤੇ ਉਹ ਇੱਕ ASI ਸੀ, ਮੈਨੂੰ ਝਿੜਕ ਕਹਿੰਦਾ ਨਾ, भाग भाग जहाँ से, जे तेरा पति मर गया, तेरा बेटा मर गया तो क्या हो गया, अभी तो बहुत मरेंगे, अभी तो बहुत मर रहे हैं, जब सब मर जाएंगे इकट्ठा होगा सबका, भाग जहाँ से जी। फिर मैं अपने घर आ गई हाँ, हुण शाम पैण रही आ जी, उन्नी देर नूं मेरियां बेटियां उन्हां ने ते मेरा बेटा भी पंडितां ने घरों कढ दिता। जी, ਤੇ ਮੈਂ ਇਹਨੂੰ ਆਖਿਆ, ਮੈਂ ਕਿਹਾ ਕਿਉਂ ਆ ਗਏ ਹੋ, ਅਜੇ ਤੇ ਕਾਤਲ ਫਿਰਨ ਰਹੇ ਆ, ਕਿਉਂ ਆ ਗਏ ਹੋ? ਆਂਦੇ ਮੰਮੀ ਉਹਨਾਂ ਤੇ ਧੱਕੇ ਮਾਰ ਕੇ ਬਾਹਰ ਕੱਢ ਕੇ ਨਾ ਤੇ ਕੁੰਡਾ ਮਾਰ ਲਿਆ, ਕੀ ਕਰੀਏ? ਜੀ। ਦੀਵਾਰ ਦੇ ਨਾਲ ਲਾ ਕੇ ਉਹ ਫਿਰ ਘਰ ਆ ਗਏ। ਛੋਟਾ ਬੇਟਾ ਕਿੰਨੀ ਕੁ ਉਮਰ ਦਾ ਸੀ ਬੀਜੀ ਤੁਹਾਡਾ? 6 ਸਾਲ ਦਾ ਸੀ ਤੇ ਬੇਟੀ ਸਭ ਤੋਂ ਵੱਡੀ 12.5 ਸਾਲ ਦੀ ਸੀ ਤੇ 2 ਵਿੱਚ ਨਿੱਕੀਆਂ ਸੀ, 3 ਬੇਟੀਆਂ ਸੀ। ਜੀ। ਫਿਰ ਇਹ ਰੋਣ ਲੱਗਾ ਬੇਟਾ ਵੀ ਹਾਏ ਭਈਆ ਕੌਣ ਬਣੇਗਾ, ਡੈਡੀ ਕੌਣ? ਮੈਂ ਕਿਹਾ ਮੈਂ ਡੈਡੀ ਹੂੰ। ਮੈਂ ਭਈਆ ਚੁੱਪ ਕਰ ਜਾ, ਕਾਤਲ ਹੁਣੇ ਆ ਕੇ ਮਾਰ ਦੇਈ। ਜੀ। ਇਹਦੇ ਕੇਸ ਕੱਟ ਦਿੱਤੇ, ਇਹਨੇ ਉਹ ਵੀ ਨਾ ਭਾਵੇਂ ਵੱਜਦਾ, ਇਹਦੇ ਕੇਸ ਕੱਟ ਦਿੱਤੇ ਸੀ ਮੇਰੇ ਭਰਾ ਨੇ, ਉਹਨਾਂ ਗੁਆਂਢੀਆਂ ਦੇ ਘਰ। ਮੈਂ ਤੇ ਜਦੋਂ ਆਇਆ ਮੈਂ ਗੁੱਸੇ ਹੋਈ, ਮੈਂ ਕਿਹਾ ਕੀ ਕੀਤਾ ਹੀ? ਜੀ। ਕਹਿੰਦਾ ਮਾਮੇ ਨੇ ਪੇੜ ਮਾਰ ਕੇ ਕੱਟੇ ਨੇ। ਜੀ। ਚਲੋ ਮੈਂ ਉੱਤੇ ਲੈ ਗਈ, ਇਹਨਾਂ ਤੇ ਰਜਾਈ ਦੇਤੀ, ਸਰਦੀ ਦਾ ਟਾਈਮ ਸੀ, ਉੱਤੇ ਉਲਟੀਆਂ ਕਰਨ, ਭੁੱਖੇ ਭਾਣੇ ਉੱਤੇ ਲਟਾਤੇ। ਜੀ। ਤੇ ਮੈਂ ਇਹਨਾਂ ਨੂੰ ਸਮਝਾਈ ਵੀ ਬੇਟਾ ਮੈਨੂੰ ਭਾਵੇਂ ਮਾਰ ਵੀ ਦੇਣ ਨਾ ਥੱਲੇ, ਤੁਸੀਂ ਥੱਲੇ ਨਾ ਉਤਰਿਓ, ਉੱਤੇ ਹੀ ਰਿਓ। ਮੈਨੂੰ ਅਸੀਂ ਵੀ ਮਿਲਟਰੀ ਆ ਜਾਏਗੀ ਸ਼ਾਇਦ ਸਵੇਰੇ, ਇਹ ਨਹੀਂ ਪਤਾ ਵੀ ਨਹੀਂ ਕੁਛ ਨਹੀਂ ਆਉਣਾ, ਸਿੱਖ ਮਾਰਨੇ ਨੇ। ਚਲੋ ਰਾਤ ਨਿਕਲੀ ਤੇ ਸਾਹਮਣੇ ਇੱਕ ਲੀਡਰ ਦੀ ਧੀ ਸੀ, ਉਹ ਰਜਨੀ, ਉਹਦੇ ਘਰ ਮੇਰੇ 3 ਭਰਾ ਲੁਕੇ ਸੀ। ਸਾਰੀ ਰਾਤ ਉਹ ਕੋਠੀ ਦੇ ਦਰਵਾਜ਼ੇ ਭੰਨਦੇ ਰਹੇ ਵੀ ਠੇਕੇਦਾਰ ਗਏ ਨਹੀਂ, ਠੇਕੇਦਾਰ ਇੱਥੇ ਹੀ ਹੈ। ਉਹ 4 ਵਜੇ ਸਾਰੀ ਰਾਤ ਉਹ ਆਂਦੀ ਰਹੀ ਵੀ ਮੈਂ ਉਹਦੀ ਸੁਜਾਨ ਸਿੰਘ ਦੀ ਬੇਟੀ ਨੂੰ, ਮੇਰੇ ਸੇ ਪੰਗਾ ਨਾ ਲਓ, ਪਰ ਉਹ ਦਰਵਾਜ਼ੇ ਭੰਨਦੇ ਰਹੇ ਵੀ ਠੇਕੇਦਾਰ ਇੱਥੇ ਹੀ ਹੈ। ਉਹਨੇ 4 ਵਜੇ ਹਨੇਰੇ ਨਾਲ ਆਪਣੇ ਬਾਹਰੋਂ ਤਾਲਾ ਮਾਰ ਕੇ ਤੇ ਕਿਤੇ ਚਲੀ ਗਈ ਆਪਣੇ ਘਰੋਂ। 7 ਦਾ ਟਾਈਮ ਹੋਇਆ ਹੈ ਤੇ ਮੇਰੇ ਭਰਾ ਨੇ ਇੱਕ ਨੇ ਨਿਕਲ ਕੇ ਮੈਨੂੰ ਐਂ ਕੀਤਾ। ਮੈਂ ਆਖਿਆ ਵੀ ਲੋਕ ਜੋ ਤੁਹਾਨੂੰ ਤੇ ਸਾਰੀ ਰਾਤ ਲੱਭਦੇ, ਉਹਦੇ ਬਣੇ ਉਹ ਜਿਹੜੇ ਕਾਤਲ ਨੇ ਨਾ, ਉਹ ਨਾਸ਼ਤਾ ਵਗੈਰਾ ਕਰਨ ਚਲੇ ਗਏ ਸੀ ਵੀ ਹੁਣ ਚਲੇ ਗਏ ਨੇ। ਜੀ। ਬਸ ਮੇਰੇ ਵੱਡੇ ਭਰਾ ਨੇ ਸਾਹਮਣੇ ਮੇਰੇ ਘਰ ਦੇ ਉੱਤੋਂ ਲਮਕ ਕੇ ਛਾਲ ਮਾਰੀ ਸੀ ਤੇ ਛੋਟੇ ਜਿਹੜੇ ਸੀ ਉਹਨਾਂ ਪਿੱਛੇ ਮਾਰ ਦਿੱਤੇ ਦੋਏ। ਉਹ ਛਾਲ ਮਾਰਨ ਦੀ ਦੇਰ ਹੋਈ, ਆਂਢੀ ਗੁਆਂਢੀ ਨਾਸਾਏ, ਨਸੋ ਨਸੋ, ਠੇਕੇਦਾਰ ਨਾਚ ਚਲੇ, ਘਰੋਂ ਹੀ ਡਾਂਗਾ ਡੂੰਗਾ ਲਿਆਏ ਤੇ 2-4 ਡਾਂਗਾ ਉਹਦੇ ਤੇ ਮਾਰ ਕੇ ਮਿੱਟੀ ਦਾ ਤੇਲ ਲਿਆ ਕੇ ਉਹਦੇ ਉੱਤੇ ਪਾ ਕੇ ਉਹਨੂੰ ਤੇ ਉੱਥੇ ਸਾੜ ਕੇ ਢੇਰ ਮੇਰੇ ਸਾਹਮਣੇ ਕਰਤਾ। ਬੱਚੇ ਆਖਣਗੇ ਮਾਮੇ ਨੂੰ ਅੱਗ ਲੱਗਦੀ। ਮੈਂ ਚੁੱਪ ਕਰ ਜਾਓ, ਹੁਣੇ ਤੁਹਾਨੂੰ ਵੀ ਆ ਜਾਂਦੇ ਜੇ ਲਾਉਣੇ। ਜਿਹੜੇ ਛੋਟੇ ਸੀ ਉਹਨਾਂ ਨੂੰ ਆ ਭਾਗ ਹੁਣ ਉਮਰ ਕੈਦ ਜਿਹਨੂੰ ਹੋਈ ਆ, ਕੈਪਟਨ ਸੀ, ਇਹਨੇ ਉਹਨਾਂ 2 ਨੂੰ ਗੋਲੀ ਮਾਰ ਕੇ ਉੱਥੇ ਅੱਗ ਲਾਤੀ। 5 ਹੁਣ ਮਰ ਗਏ।
ਫਿਰ ਮੈਂ ਕਿਹਾ ਮੈਂ ਬੱਚਿਆਂ ਨੂੰ ਥੋੜੇ ਲਗਾ ਕੇ ਵੀ ਹੁਣ ਜਾਵਾਂ ਪੁਲਿਸ ਚੌਂਕੀ, ਕੋਈ 2 ਦਿਨ ਲਾਸ਼ਾਂ ਹੋ ਗਿਆ ਪਏ ਆ, ਉਹਨੂੰ ਕੋਈ ਚੁੱਕਣ ਨਹੀਂ ਡਿਆ। ਹੁਣ ਆਖਾਂ ਜਾਲਮੋ ਹੁਣ ਤੇ ਬੜੇ ਢੇਰ ਲੱਗੇ, ਹੁਣ ਤੇ ਕਿਤੇ ਸੁਣ ਲਓ, ਹੂੰ ਹੁਣ ਤੇ ਬਹੁਤ ਮਰ ਗਏ ਨੇ। ਉਹ ਵੇਖਿਆ ਤੇ ਉਹ ਜਾਂਦਿਆਂ ਨੂੰ ਉੱਥੇ ਕੋਈ ਥੋੜੀ ਜਿਹੀ ਭੀੜ ਸੀ ਇਕੱਠੀ ਹੋਈ, ਮੀਟਿੰਗ ਜੀ ਚੱਲਣ ਡਈ ਸੀ, ਤੇ ਪੁਲਿਸ ਦੀ ਚੌਂਕੀ, ਪੁਲਿਸ ਗੱਡੀ ਵੀ ਉੱਥੇ ਖਲੋਤੀ ਸੀ। ਮੈਂ ਉਧਰ ਨੂੰ ਹੋ ਗਈ ਉਹ ਮੰਦਿਰ ਜਿਹਾ ਦੇ ਲਾਗੇ, ਤੇ ਮੈਂ ਉਹਦੇ ਇੱਕ ਪਹਿਲੋਂ ਸਰਦਾਰਾਂ ਦਾ ਮੁੰਡਾ ਸੀ, ਉਹ ਮੋਨਾ ਸੀ, ਉਹਨੇ ਥੋੜਾ ਜਿਹਾ ਮੂੰਹ ਨੰਗਾ ਕਰਕੇ ਮੈਨੂੰ ਆਖਿਆ, ਆਂਟੀ, ਮੈਂ ਕਿਹਾ ਬਸ ਮਨਜੀਤ ਕੁਛ ਨਹੀਂ ਰਿਹਾ, ਸਭ ਖਤਮ ਹੋ ਗਿਆ। ਕਹਿੰਦਾ ਇੱਥੇ ਸੱਜਣ ਕੁਮਾਰ ਆਇਆ, ਤੁਸੀਂ ਉਹਨਾਂ ਨੂੰ ਕਹੋ, ਸ਼ਾਇਦ ਮਦਦ ਕਰ ਦੇਗਾ, ਸੰਸਕਾਰ ਕਰਵਾ ਦੇਗਾ। ਉਹ ਨਿਕਲਿਆ, ਉਹਨੇ ਪੁਲਿਸ ਦੀ ਗੱਡੀ ਤੇ ਪੈਰ ਰੱਖਿਆ, ਮਾਈਕ ਹਾਰ ਲੱਗਾ ਸੀ, ਮਾਈਕ ਫੜਿਆ ਤੇ ਉਹਨੇ ਮੈਸੇਜ ਦੇਤਾ ਵੀ ਜਿਨ੍ਹਾਂ ਨੇ ਸਿੱਖ ਸਾਲਾ ਇੱਕ ਨਹੀਂ ਬਚਣ ਚਾਹੀਦਾ, ਜਿਨ੍ਹਾਂ ਨੇ ਇਹਨਾਂ ਨੂੰ ਲੁਕਾਇਆ ਉਹਨਾਂ ਦੇ ਘਰ ਵੀ ਸਾੜੋ, ਉਹਨਾਂ ਕੋ ਮਾਰੋ। ਬਸ ਫਿਰ ਕਿੰਨੇ ਪਾਉਣਾ ਸੀ, ਲੋਕਾਂ ਕੱਢ ਦਿੱਤੇ ਤੈਨੂੰ। ਮੈਂ ਰਸਤੇ ਵਿੱਚੋਂ ਦੀ ਭੱਜੀ ਆਈ ਵੀ ਕਰਫਿਊ ਲੱਗ ਗਿਆ, ਮੇਰੇ ਬੱਚੇ ਘਰ ਨੇ, ਲਾਸ਼ਾਂ ਪਈਆਂ ਨੇ, ਤੇ ਉਹ ਐਸਐਚਓ ਲੰਬੇ ਰਸਤੇ ਆਇਆ। ਜਦੋਂ ਮੈਂ ਆਪਣੀ ਕੋਠੀ ਦੇ ਸਾਹਮਣੇ ਆ ਗਈ ਮੋੜ ਤੇ ਉਹ ਵੀ ਆ ਗਿਆ, ਤੇ ਆਣ ਕੇ ਨਾ ਉਹ ਜਿਹੜੇ ਕਾਤਲ ਸੀ ਉਹ ਇੱਧਰ ਉੱਧਰ ਨੱਸਣ ਲੱਗੇ ਵੀ ਸ਼ਾਇਦ ਕਰਫਿਊ ਲੱਗ ਗਿਆ, ਤੇ ਆਣ ਕੇ ਮੇਰੇ ਦਰਵਾਜ਼ੇ ਅੱਗੇ ਆਣ ਕੇ ਖਿੜ ਹੱਸਣ ਲੱਗ ਗਿਆ, ਹੱਸ ਕੇ ਤੇ ਆਂਦਾ, ਹਾਂ ਹਾਂ ਕਰੋ ਕਰੋ, ਸ਼ਾਬਾਸ਼ ਸ਼ਾਬਾਸ਼, ਕਰੋ ਕਰੋ, ਕਿਤਨੇ ਮੁਰਗੇ ਪੂੰਝ ਲਈਏ, ਕਿਉਂ ਭੁੱਜੇ ਪਏ ਸੀ ਨਾ ਸਾਹਮਣੇ। ਤੇ ਉਹ ਐਸਐਚਓ ਚਲੇ ਗਿਆ। ਹੁਣ ਕੀ ਕਰੀਏ? ਹੁਣ ਰਾਜਨੀਤਿਕ ਵੀ ਵੇਖ ਲੈ, ਪੁਲਿਸ ਵੀ ਨਹੀਂ ਮਾਰਦੀ ਹੈ ਸਾਰੇ। ਤੇ ਬੱਚਿਆਂ ਨੂੰ ਤੁਸੀਂ, ਆਪਣੀ ਬੇਟੀ ਨੂੰ ਤੇ ਛੋਟੇ ਬੇਟੇ ਨੂੰ ਕੋਠੇ ਤੇ ਲੁਕਾਈ ਰੱਖਿਆ, ਤੇ ਆਪ ਤੁਸੀਂ ਬਾਹਰ ਮਦਦ ਲਈ ਘੁੰਮਦੇ ਰਹੇ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਤੇ ਫਿਰ ਵਾਪਸ ਰਾਤ ਦੀ ਗੱਲ ਹੈ ਨਾ, ਕਦੀ ਫਿਰ ਪਤੀ ਦੇ ਕੋਲ ਬੈਠ ਕੇ ਪਾਠ ਕਰ ਆਵਾਂ, ਤੇ ਕਦੀ ਬੇਟੇ ਕੋਲ ਚਲੀ ਜਾਵਾਂ ਪਾਠ ਕਰ ਆਵਾਂ, ਤੇ ਕਦੀ ਬੈਠ ਕੇ ਉੱਥੇ ਆਪਣੇ ਪਿਓ ਨੂੰ ਤੇ ਭਗਤ ਸਿੰਘ ਸਰਦਾਰ ਨੂੰ ਲਾਮੇ ਦੇਵਾਂ, ਕੀ ਖਟਿਆ ਜੇ ਆਜ਼ਾਦੀ ਦਿਲਦਾ। ਮੇਰਾ ਪਿਓ ਫਰੀਡਮ ਫਾਈਟਰ ਸੀ ਜੀ, ਕੀ ਖਟਿਆ ਜੇ ਜੀ, ਕੀ ਮਿਲਿਆ? ਇਨਾਮ ਮਿਲਿਆ, ਸਜ਼ਾ ਮੌਤ। ਪਹਿਲੋਂ ਤਾਂ ਜੁਰਮਾਨੇ ਰਹਿੰਦੇ ਰਹੇ, ਜੇਲ੍ਹਾਂ ਕੱਟੀਆਂ, ਤੇ ਹੁਣ ਮਿਲੀ ਆਜ਼ਾਦੀ, ਮਿਲੀ ਸਜ਼ਾਏ ਮੌਤ। ਇਹੋ ਮਿਲਿਆ, ਹੋਰ ਤੈਨੂੰ ਮਿਲਿਆ ਕੁਛ? ਅਸੀਂ ਕਿਹਨੂੰ, ਰਾਤ ਮੈਂ ਪੁੱਛਦੀ ਸੀ, ਹੁਣ ਹਮ ਕਿਸ ਨੂੰ ਵਤਨ ਕਹੇ, ਕਿਹੜਾ ਵਤਨ ਹੈ ਸਾਡਾ? ਕੋਈ ਵਤਨ ਹੀ ਨਹੀਂ, ਕਿੱਥੇ ਲੁਕੀਏ, ਕਿੱਥੇ ਜਾਈਏ? ਜੀ, ਉਹਨਾਂ ਨੂੰ ਪੁੱਛ, ਹੁਣ ਦੱਸੋ ਹੁਣ ਕਿਹੜੀ ਆਜ਼ਾਦੀ ਲੈ ਕੇ ਦੇ ਗਏ ਹੋ? 2 ਦਿਨ ਨਿਕਲ ਗਏ ਬੀਜੀ, 2 ਦਿਨ ਕੱਢ ਲਏ ਤੁਸੀਂ, ਤੇ ਤੀਜੇ ਦਿਨ ਨਵੰਬਰ 3 ਦਾ ਕੀ ਹਸ਼ਰ ਸੀ? ਉਸ ਦਿਨ ਕੀ ਹੋਇਆ? ਕਿਵੇਂ ਤੁਸੀਂ ਸਾਰਾ ਕੁਝ ਕੀਤਾ? 3 ਭਰਾ, ਆਪਣਾ ਪਤੀ ਤੇ ਆਪਣਾ ਪੁੱਤਰ ਜਿਹੜੇ ਸ਼ਹੀਦ ਹੋ ਗਏ, ਤੇ ਫਿਰ ਤੁਸੀਂ ਸਾਰਾ ਕਿੰਜ ਕੱਲਿਆਂ ਨੇ ਕੀਤਾ? ਛੋਟੇ 2 ਬੱਚੇ ਤੁਹਾਡੇ ਕੋਲ ਸੀ। ਮੇਰਾ ਜਨਰਲ ਸਾਹਿਬ ਕੋਲ ਗਈ, ਇੱਕ ਮੇਜਰ ਜਾਦੋ ਸਾਨੂੰ ਲੈਣ ਆਇਆ ਸੀ ਮੈਨੂੰ, ਮੈਂ ਤਾਂ ਜਾਂਦੀ ਨਹੀਂ ਸੀ। ਉਹ ਆਂਦਾ, ਭੈਣ ਜੀ ਕੋਈ ਸੁਣਦਾ ਨਹੀਂ ਹੈ, ਤੇ ਮਿਲਟਰੀ ਵਾਲੇ ਆਪਣਾ ਆਦਮੀ ਚੁੱਕ ਲੈਂਦੇ। ਮੇਰਾ ਪਤੀ ਆਰਮੀ ਵਿੱਚ ਸੀ, ਤੇ ਉਹ ਆਪਣਾ ਆਦਮੀ ਚੁੱਕ ਲਿਆ, ਤੁਸੀਂ ਆਪਣੇ ਦਫ਼ਤਰ ਜਾ ਕੇ ਕਹੋ। ਚਲੋ ਮੈਂ ਤਾਂ ਜਾਂਦੀ ਨਹੀਂ ਸੀ। ਉਹ ਆਖਣ ਲੱਗੇ, ਹੁਣ ਉਧਰ ਮੈਂ ਫਿਰ ਚਲੀ ਗਈ, ਦਫ਼ਤਰ ਗਈ ਆ, ਉੱਥੇ ਮੇਜਰ ਭਾਟੀਆ ਇੱਕ ਮੈਨੂੰ ਦਫ਼ਤਰ ਲੈ ਗਿਆ, ਤੇ ਉਹ ਆਖਣ ਲੱਗਾ 2 ਤਰੀਕ ਨੂੰ 4-3 ਦਾ ਟਾਈਮ ਹੋਣਾ, ਤੇ ਉਹ ਆਖਣ ਲੱਗਾ ਵੀ ਚਲੋ ਮੈਂ ਚੱਕਰ ਲਾ ਕੇ ਆਉਣਾ ਉੱਥੇ, ਕਿਉਂ ਉਹ ਅਫਸਰ ਦੇ ਅੰਦਰ ਕੋਈ ਵੜ ਨਹੀਂ ਸਕਦਾ ਪਾਸ ਤੋਂ ਬਗੈਰ। ਮੈਂ ਚੱਕਰ ਲਾ ਕੇ, ਤੇ ਤੁਸੀਂ ਵੇਟਿੰਗ ਰੂਮ 'ਚ ਬੈਠੋ। ਉਹ ਵਿਚਾਰਾ ਚੱਕਰ ਲਾਉਣ ਗਿਆ ਸਾਰੇ, ਫਿਰ ਆਇਆ, ਤੇ ਉਹ ਆਖਣ ਲੱਗਾ ਵੀ ਭੈਣ ਜੀ ਜਨਰਲ ਸਾਹਿਬ ਆਏ ਨੇ ਜੀ, ਤੇ ਉਹ ਤੁਹਾਡੀ ਗੱਲ ਸੁਣਨਗੇ। ਮੈਂ ਕਿਹਾ ਮੈਨੂੰ ਮੇਰੀ ਗੱਲ ਕਰਾ ਦਿਓ। ਆਖਣ ਲੱਗਾ ਉਹ ਮੀਟਿੰਗ ਤੇ ਬੈਠ ਗਏ, ਉੱਠਣਗੇ ਤੇ ਫਿਰ ਤੁਹਾਡੇ ਨਾਲ ਗੱਲ ਕਰਨਗੇ। ਮੈਂ ਬੈਠੀ ਰਹੀ, 2 ਘੰਟੇ ਮੀਟਿੰਗ ਚੱਲਦੀ, ਸ਼ਾਮ ਦਾ ਟਾਈਮ ਹੋ ਗਿਆ ਸੀ। ਭਾਟੀਆ ਸਾਹਿਬ ਆਏ, ਆਂਦੇ ਭੈਣ ਜੀ ਚਲੋ ਬੈਠੋ ਗਾੜੀ ਪੇ। ਮੈਂ ਕਿਹਾ ਭਈਆ ਕੀ ਕਰ ਰਿਹਾ? ਮੇਰੀ ਜਨਰਲ ਸਾਹਿਬ ਨਾਲ ਗੱਲ ਕਰਾ, ਅੱਜ ਦੂਜੀ ਰਾਤ ਤੇ ਹੋ ਗਈ ਆ, ਡੈਡ ਬੋਡੀਆਂ ਪਈਆਂ ਨੇ। ਕਹਿੰਦਾ ਨਹੀਂ ਭੈਣ ਜੀ ਚਲੋ। ਮੈਂ ਕਿਹਾ ਕੀ ਕਰ ਰਹੇ ਹੋ, ਮੇਰੀ ਗੱਲ ਤੇ ਕਰਾਓ। ਕਹਿੰਦਾ ਭੈਣ ਜੀ ਉਹ ਤਾਂ ਗਏ। ਮੈਂ ਕਿਹਾ ਮੈਂ ਮੇਨ ਗੇਟ 'ਚ ਖਲੋਤੀ ਆ, ਉਹ ਕਿੱਧਰ ਨੂੰ ਚਲੇ ਗਿਆ? ਕਹਿੰਦਾ ਇੱਕ ਪਿੱਛੇ ਸੇ ਗੇਟ ਹੈ, ਉਧਰ ਗਏ, ਕਿਉਂਕਿ ਜਨਰਲ ਸਾਹਿਬ ਨੇ ਗੱਲ ਨਹੀਂ, ਬਸ ਹੁਣ ਆਰਮੀ ਤੋਂ ਵੀ ਦਿਲ ਟੁੱਟ ਗਿਆ, ਹੁਣ ਪਤਾ ਲੱਗ ਗਿਆ ਵੀ ਹੁਣ ਸਾਨੂੰ ਕਿਸੇ ਨਹੀਂ ਪੁੱਛਣਾ ਜੀ। ਕਹਿੰਦਾ ਭੈਣ ਜੀ ਕਹਾਂ ਜਾਓਗੇ? ਮੈਂ ਕਿਹਾ ਮੈਨੂੰ ਘਰ ਛੱਡ ਜਾਂਦਾ ਨਾ, ਮੈਂ ਘਰ ਨਹੀਂ ਛੱਡਣ ਜਾਣਾ। ਮੈਂ ਸਵੇਰੇ, ਮੇਰੀ ਸਿਵਲ ਗੱਡੀ ਆ ਤੇ ਸਿਵਲ ਮੇਰੀ ਡਰੈਸ ਹੈ, ਮੈਨੂੰ ਜਲਾ ਦੇंगे, मैं आपका रिश्तेदार हूँ, मैं नहीं जाना। और बता, मैं क्या फिर परेड ग्राउंड ਲੈ ਚੱਲ, ਜਿੱਥੋਂ ਲਿਆਇਆ ਪਰੇਡ ਗਰਾਊਂਡ। ਉਹਨੇ ਜਾ ਕੇ ਫਿਰ ਮੇਜਰ ਜਾਦਵ ਕਿਹਾ, ਉਹ ਆਇਆ, ਆਂਦਾ ਚਲੋ ਮੇਰੇ ਘਰ। ਮੈਂ ਕਿਹਾ ਨਾ ਭਾਈ ਮੈਂ ਤੇਰੇ ਘਰ ਨਹੀਂ ਜਾਣਾ, ਮੈਨੂੰ ਆਪਣੇ ਘਰ ਛੱਡ ਕੇ ਆ, ਮੇਰੇ ਤੇ ਡੈਡ ਬੋਡੀਆਂ ਪਈਆਂ, ਮੈਂ ਸੰਸਕਾਰ ਕਰਨਾ।
ਜੀ ਉਹ ਕਹਿਣ ਲੱਗਾ ਵੀ ਭੈਣ ਜੀ ਸੂਬੇ ਲੈਣ ਗਿਆ ਸਾਂ, ਹੁਣ ਛੋੜਨੇ ਜਾਊਂਗਾ ਤੇ ਉਹ ਮੇਰੇ ਕੋਲ ਜਲਾ ਦੇਣਗੇ, ਮੈਂ ਰਿਸ਼ਤੇਦਾਰ ਆ, ਮੈਂ ਨਹੀਂ ਜਾਣਾ। ਫਿਰ ਥੋੜੀ ਜਿਹੀ ਮੈਂ ਗਰਮ ਹੋਈ, ਫਿਰ ਤੂੰ ਲੈਣ ਕਿਉਂ ਗਿਆ ਸੀ ਜਦੋਂ ਇੰਨਾ ਟਾਈਮ ਡਰ ਲੱਗਦਾ ਸੀ, ਤੇ ਕਿਉਂ ਗਿਆ ਸੀ? ਜੀ ਫਿਰ ਉਹ ਆਖਣ ਲੱਗਾ ਵੀ ਉਹ ਇੱਕ ਕਰਨਲ ਭਰਾ ਗਿਆ ਸੀ ਪਰੇਡ ਕਰਾਉਣ ਵਾਲਾ, ਨਹੀਂ ਉਹ ਕਰਨਲ ਸਾਹਿਬ ਕੋ ਬੋਲੋ, ਜੇ ਉਹ ਕहेंगे ਤਾਂ ਛੋੜ ਆਊਂਗਾ। ਮੈਂ ਦੌੜੀ ਦੌੜੀ ਗਿਆ, ਸਰਦਾਰ ਸੀ ਪਰੇਡ ਕਰਾਉਣ ਡਿਆ ਸੀ, ਮੈਂ ਜਾ ਕੇ ਬੇਨਤੀ ਕੀਤੀ ਵੀ ਵੀਰ ਜੀ ਉਹਨੂੰ ਆਖੋ ਮੈਨੂੰ ਛੱਡ ਆਵੇ, ਛੱਡ ਨਹੀਂ ਆਉਂਦਾ, ਮੇਰਾ ਬੇਟਾ ਮੇਰਾ ਪਤੀ ਘਰ ਪਿਆ ਹੈ, ਸੰਸਕਾਰ ਕਰਨਾ ਹੈ, ਅੱਜ 2 ਦਿਨ ਹੋ ਗਿਆ। ਉਹ ਮੈਨੂੰ ਸਮਝਾਉਣ, ਉਹ ਤਾਂ ਅੱਗਾ ਲੱਗੀਆਂ ਕੱਟ ਮਾਰ ਹੋਣ ਡਈ, ਫਿਰ ਚੱਲੀ ਉਧਰ। ਮੈਂ ਕਿਹਾ ਬਸ ਮੈਂ ਮਰਨ ਜਾ ਰਹੀ, ਤੁਸੀਂ ਇਹ ਨਾ ਗੱਲ ਮੈਨੂੰ ਪੁੱਛੋ, ਉਹਨੂੰ ਕੋ ਛੱਡਿਆ। ਉਹ ਆਂਦਾ ਤਾਂ ਵੀ ਪਤਾ ਹੋਵੇ ਮੈਂ ਛੱਡਣ ਗਿਆ ਵਾ, ਕੋਈ ਮੈਨੂੰ ਮਾਰ ਦੇ ਤੇ ਕਰਨਲ ਸਾਹਿਬ ਨੂੰ ਪਤਾ ਤਾਂ ਹੋਵੇ ਕਿਸੇ ਨੂੰ। ਚਲੋ ਹਰ ਕੋਈ ਆਪਣੀ ਸੇਫਟੀ ਕਰਦਾ ਜੀ ਬਿਲਕੁਲ। ਉਹ ਫਿਰ ਮੈਨੂੰ ਨਾ ਉਹਨੇ ਜੀਪ ਚ ਬਿਠਾ ਲਿਆ ਤੇ ਰਾਜ ਫਿਰ ਪੁੱਛਣ ਲੱਗਾ ਭੈਣ ਜੀ ਕਹਾਂ ਜਾਓਗੇ? ਮੈਂ ਕਿਹਾ ਮੇਰੇ ਘਰ ਛੱਡ ਗਿਆ ਨਾ, ਉੱਥੇ ਤੇ ਨਹੀਂ ਜਾਊਂਗਾ ਕਿ ਉਹ ਸਵੇਰੇ ਲੈਣ ਗਿਆ ਸੀ, ਹੁਣ ਛੱਡਣ ਜਾਊਂਗਾ। ਔਰ ਬਤਾ ਹੁਣ ਇੱਥੇ ਉਹ ਭੇਦ ਰਾਜ ਖੋਲਦਾ ਵੀ ਵੇਖੋ ਮੇਰੇ ਮੱਲੀ ਸਾਹਿਬ ਮੇਰੇ ਭਾਈयों जैसे थे, वो MES ਦੇ ਠੇਕੇਦਾਰ ਸੀ, ਮੈਂ उनको ਲੈਣ ਗਿਆ, ਆਪਣੀ ਰਿਸਕ ਤੇ ਗਿਆ ਸੀ, ਤੇ ਨਾਲ ਥੋੜੀ ਸਿੱਖ ਰੈਜੀਮੈਂਟ ਦੀ ਉਹ ਆਏ ਸੀ ਜਵਾਨ, ਤੇ ਆਖਰਗਾ ਮੈਂ ਆਪਣੀ ਰਿਸਕ ਤੇ ਗਿਆ ਸੀ। ਭੈਣ ਜੀ ਉੱਪਰ ਸੇ ਤਾਂ ਕੋਈ ਆਰਡਰ ਨਹੀਂ, ਹੁਣ ਇੱਥੇ ਇੱਕ ਮਿਲਟਰੀ ਅਫਸਰ ਕਹਿ ਰਿਹਾ ਉੱਤੋਂ ਆਰਡਰ ਨਹੀਂ ਤੁਹਾਨੂੰ ਬਚਾਉਣ ਦਾ, ਮੈਂ ਨਹੀਂ ਜਾਣਾ ਛੱਡਣ। ਤੇ ਹੋਰ ਕੀ ਕਹਿ ਸਕਦੇ ਅਸੀਂ, ਹੋਰ ਕੀ ਕਹਿ ਸਕਦੇ ਜਦ ਇੱਕ ਮਿਲਟਰੀ ਅਫਸਰ ਡਰਦਾ ਵੀ ਉੱਤੋਂ ਆਰਡਰ ਕੋਈ ਨਹੀਂ, ਉੱਤੋਂ ਰੱਬ ਨੇ ਆਰਡਰ ਘੱਲਣਾ ਸੀ, ਸਮਝ ਨਹੀਂ ਸੀ ਪੈਂਦੀ। ਅਤੇ ਹੋਰ ਮੈਂ ਕਿਹਾ ਜਾ ਪੁਲਿਸ ਚੌਂਕੀ ਤਾਰਿਆ, ਉਹ ਪੁਲਿਸ ਚੌਂਕੀ ਤਾਰ ਗਿਆ ਮੈਨੂੰ ਬੇਟਾ ਜੀ, ਪੁਲਿਸ ਚੌਂਕੀ ਤਾਰ ਗਿਆ। ਤੇ ਉਹ ਦਰੋਗੇ ਨੂੰ ਇੱਕ ਨੂੰ ਆ ਗਿਆ FIR ਲਿਖ ਲਿਓ, ਚੱਲ ਜੋ ਉਹਨੇ ਤੰਬੂ ਚ ਬਿਠਾ ਕੇ SHO ਆਏਂਗੇ ਤੇ ਲਿਖेंगे। SHO ਆਇਆ ਤਾਂ ਉਹਦੇ ਨਾਲ ਇੰਨੇ ਬਦਮਾਸ਼, ਸਾਰੀ ਚੌਂਕੀ ਭਰ ਗਈ, ਤਰਾ ਤਰਾ ਡਰਾਂ, ਹੈ ਮਹਾਰਾਜ ਸੱਚਾ ਪਾਤਸ਼ਾਹ ਇੱਜ਼ਤ ਬਚਾ ਲਵੀਂ, ਹੁਣ ਮੈਂ ਗਲਤ ਥਾਂ ਤੇ ਬੈਠੀ। ਬਸ ਉਹ SHO ਸਾਹਿਬ ਉਹਨੂੰ ਆਖਣ ਲੱਗੇ ਵੀ ਉਧਰ 10 ਘਰ ਸੀ, ਉਹ ਮਿਲਟਰੀ ਅਫਸਰ ਸੀ, ਉਹਨਾਂ ਨੇ ਕੋਠੀਆਂ ਲਈਆਂ। ਕਹਿਣ ਲੱਗਾ ਵੀ ਉਹ ਉਧਰ ਭੀੜ, ਉਹ ਆਖਣ ਲੱਗੀ ਵੀ ਉਧਰ ਅੱਤਵਾਦੀਆਂ ਦੇ 10 ਘਰ ਨੇ, उनका क्या करना रात। वो ऐसा चाहता चलो हल्ला करो हम पीछे ही आते हैं। मैं फिर उन दरोगे ने कहा भाई साहब SHO साहब तो बिजी भी, वो तो बाकी रेंदे मारन लगा तो मेरी FIR लिखेगा। बस उन्हें एक बार उन्हें आख्या हाँ जाओ, मैं क्या सुबह आ जाऊंगी। उन्हें शुक्र किया भी पुलिस जी पुलिस चौकी तो बाहर होवा, बाहर शहीद होवा, इत्थे किते होर ना स्यापा पवे, मेरी बेइज्जती हो। बस बाहर निकले ते एक हमला मुंडे आए, मारो मारो जे कोई सिख। मैं अपनी चाल तुरदी रही भी आप मारना होएगा तो पिछों मार देंगे। चलो ਜਦੋਂ ਫਿਰ ਮੈਂ ਆਪਣੇ ਘਰ ਨੂੰ ਮੁੜਨਾ ਸੀ ਤੇ ਉੱਥੇ ਇੰਨਾ ਸ਼ੋਰ ਉਹਨਾਂ ਪਾਇਆ ਬਦਮਾਸ਼ਾਂ ਨੇ, ਮੈਂ ਕਿਹਾ ਹੁਣ ਖਤਰੇ ਤੋਂ ਖਾਲੀ ਨਹੀਂ, ਕਰਨਲ ਸਾਹਿਬ ਠੀਕ ਕਹਿੰਦੇ ਸੀ। ਪਰ ਫਿਰ ਮੈਂ ਛੋਟੇ ਰਸਤੇ ਫਿਰ ਆਪਣੇ ਘਰ ਨੂੰ ਗਈ, ਉੱਥੇ ਇੱਕ ਮੁੰਡੇ ਥੋੜੇ ਮਾਰੋ ਮਾਰੋ ਕਰਨ ਲੱਗੇ, ਮੈਂ ਖਲੋ ਗਈ ਮਾਰਤੇ। ਉਹ ਇੱਕ ਮੁੰਡੇ ਨੇ ਆਵਾਜ਼ ਦਿੱਤੀ ਸਾਰੇ ਗੁਰਪ੍ਰੀਤ ਕੀ ਮੰਮੀ ਕੋਈ ਕਾਲਜ ਦਾ ਹੋਏਗਾ, ਇਸਕੋ ਮਾਰੇਗਾ। ਚਲੋ ਬਚ ਕੇ ਗਈ। ਹਜ਼ਾਰ ਵਾਰਡ ਦੇ ਬਲਬ ਉਹਨਾਂ ਨੇ ਲਾਏ ਸੀ, ਇਹਨਾਂ ਨੇ ਸੜਕਾਂ ਦੇ ਉੱਤੇ ਵੀ ਕੋਈ ਵੀ ਤੁਰਦੀ ਜਿਹੜੀ ਆ ਉਹ ਨੱਸ ਨਾ ਸਕੇ ਰਾਤ ਦਾ ਹਨੇਰਾ ਪਰ ਕੇ ਕੋਈ ਸਿੱਖ ਨੱਸ ਨਾ ਜਾਏ। ਹੁਣ ਫਿਰ ਮੈਂ ਕਿਹਾ ਵੀ ਹੁਣ ਇਹ ਰਾਤ 2 ਤਰੀਕ ਰਾਤ ਦੀ ਗੱਲ ਆ, ਹੁਣ ਇਹ ਮੇਰੀ ਕੀ ਮਦਦ ਕਰਨਗੇ ਤੇ ਡੈਡ ਬੋਡੀਆਂ ਨੇ, ਤੇ ਹੁਣ ਮੈਂ ਕੀ ਕਰਾਂ। ਫਿਰ ਇਹਨਾਂ ਦੇ ਦਫ਼ਤਰ ਇੱਕ ਓਮ ਪ੍ਰਕਾਸ਼ ਸੀ 4 ਕਲਾਸ ਦਾ, ਮੈਨੂੰ ਨਾਮ ਆਉਂਦਾ ਸੀ, ਮਰੋਲੀ ਰੋਡ ਵੱਲ ਜਾ ਕੇ ਤੇ ਉਹਨੂੰ ਕਿਹਾ ਵੀ ਭਾਈ ਸਾਹਿਬ ਮੈਂ ਤੁਹਾਡੇ ਘਰ ਰਾਤ ਕੱਟ ਲਵਾਂ। ਕਹਿੰਦਾ ਬੈਨ ਜੀ ਕੱਟ ਲਓ, ਪਰ ਡਰੇ। ਉਹਨੇ ਫਿਰ ਮੈਨੂੰ ਆਪਣੇ ਟੁੱਟੇ ਜੇ ਕਮਰੇ ਦੇ ਤੇ ਮੇਨ ਰੋਡ ਦੇ ਉੱਤੇ ਬਿਠਾਤਾ ਵੀ ਜੇ ਮਾਰ ਲਾਉਣਗੇ ਤੇ ਮੇਰਾ ਘਰ ਚ ਨਾ ਸਾੜਨਗੇ, ਇਹਨੂੰ ਹੀ ਮਾਰ ਕੇ ਜਾਣਗੇ ਨਾ। ਚਲੋ ਮੈਂ ਉੱਥੇ ਰਾਤੀ ਬੈਠੀ ਰਹੀ। ਮੈਂ ਹੁਣ ਉੱਥੇ ਚਲ ਗਈ ਜਿੱਥੇ ਉਹ 10 ਘਰ ਮਾਰਨੇ ਆ। ਰਾਤ ਸਾਰੀ ਪਾਰਕ ਚ ਲਿਆ ਉਹਨਾਂ ਨੂੰ ਅੱਗਾਂ ਲਾਉਂਦੇ ਰਹੇ, ਚੀਕਾਂ ਵੱਜਦੀਆਂ ਸੁਣਦੀਆਂ ਰਹੀਆਂ, ਛੱਤਾਂ ਪਾੜ ਕੇ ਵਿੱਚੋਂ ਦੀ ਅੱਗ ਸੁੱਟ ਕੇ ਪਰਿਵਾਰਾਂ ਦੇ ਪਰਿਵਾਰ ਹੀ ਜਲਾਤੇ। ਹੁਣ ਅੱਜ ਵੀ ਮੈਡਮ ਮੈਂ ਸੌਂਦੀ ਨਹੀਂ ਆ, ਮੈਂ ਬੈਠੀ ਰਹਿੰਦੀ ਆ ਰਾਤ, ਕਿਉਂਕਿ ਸੌਂਦੀ ਆ ਜਦੋਂ ਮੈਨੂੰ ਮੇਰੇ ਸਿੱਖ ਭਰਾ ਸਾਡੇ ਦਿਸਦੇ ਨੇ, ਮੈਨੂੰ ਆਪਣੇ ਸਾਡੇ ਦਿਸਦੇ ਨੇ, ਛੋਟੇ ਛੋਟੇ ਬੱਚੇ ਕੱਟੀ ਦੇ ਦਿਸਦੇ ਆ, ਸਿਰ ਲਾ ਕੇ ਥਾਂ 'ਚ ਰੱਖ ਕੇ ਮਾਵਾਂ ਦੇ ਅੱਗੇ ਬੱਚਿਆਂ ਨੂੰ ਰੱਖਿਆ। ਤੇ ਫਿਰ 3 ਤਰੀਕ ਹੋ ਗਈ, ਫਿਰ ਸਿਆਣੇ ਆਦਮੀ ਮੇਰੇ को आए जी, बहन जी आज 3 दिन हो गया लाशा पड़िया, इनका क्या करना है आप। मैं क्या भाई साहब बाप बेटे को एक जगह पे करूं। ਤੇ ਮੇਰੇ ਘਰ ਦਾ ਫਰਨੀਚਰ ਦਰਵਾਜ਼ੇ ਜੋ ਸੜਨੋਂ ਬਚ ਗਏ ਸਭ ਕੁਛ ਉਤਾਰੋ, ਤੇ ਉਤਾਰ ਕੇ ਤੇ ਇਹਨਾਂ ਦਾ ਸੰਸਕਾਰ ਕਰ ਦਿੱਤਾ। ਤੀਸਰੇ ਦਿਨ ਮੈਂ ਆਪਣੇ ਘਰ ਵਿੱਚ ਜਦੋਂ ਇੰਦਰਾ ਗਾਂਧੀ ਦਾ ਸੰਸਕਾਰ ਹੋਣ ਡਿਆ ਸੀ, ਉਦੋਂ ਉਹਨਾਂ ਚੰਗੇ ਆਦਮੀਆਂ ਦੀ ਜਿਹੜੇ ਬਚਾਉਣਾ ਚਾਹੁੰਦੇ ਵੀ ਸੀ ਕਈ ਹਿੰਦੂ, ਪਰ ਉਹਨਾਂ ਨੂੰ
ਧਮਕੀ ਦਿੰਦਾ ਸੀ ਸਾਰੇ ਤੇਰੇ ਕੋ ਕਾਟ ਕੇ ਜਾਂ ਫੈਂਕ ਦੇਂਗੇ ਜੇ ਤੂੰ ਗੱਲ ਵੀ ਕੀਤੀ ਸੀ। ਜੀ ਚਲੋ ਫਿਰ ਉਹ ਬਾਪ ਬੇਟੇ ਨੂੰ ਉਹਨਾਂ ਨੇ ਇੱਕ ਥਾਂ ਤੇ ਕੀਤਾ, चिता बनाई तो मैनू लगाता भी वैदिक आपको ढूंढ रहे हैं, आप मारेंगे आपको। थोड़ी देर तो मैं लुक गई पर, फिर मैं जो चिता बन गई मैं अपने मन च सोचा भी तू एडे वड्डे प्यो दी धी कलगी वाए दी तू धी ते तू मौत तो लग गई है। मैं क्या वो चल उतर अंतम अरदास कर, संस्कार वे अरदास होनी है, अरदास कर माड़ी मोटी मेरे को जिन्नी कर अरदास हुई मैं अरदास की ਤੇ ਉਹਨਾਂ ਨੂੰ ਚਿਤਾ ਨੂੰ ਉਹਨਾਂ ਨੇ ਅੱਗ ਲਾ ਦਿੱਤੀ। ਉਸ ਤੋਂ ਬਾਅਦ ਫਿਰ मैं उत्ते बैठी थी, वो सियाने आदमी सारे आए, बहन जी चलो आप पागल हो गया, आपको ढूंढ रहे हैं, आपको मारेंगे। फिर उन्हें उसे ओम प्रकाश के घर अगे अगे पाथियां ला दित्तियां, पीछे मैनू बिठाता भी जे मारने आउणगे ते समझेंगे गिराया पाथियां ने। शाम पई 3 तरीक की शाम पई ते एक थोड़े जे कांस्टेबल सी नाल ते एक जीप आई ते वो आखन लगे जेड़े सियाने आदमी सी भी एक बहन जी है उसको किसी तरह निकाल के ले जाओ। वो आखन गए इत्थे लिया, इत्थे नहीं जा सकते, वो बूहे दे अगे चल। मतलब दरवाजे दे अगे जाके उन्हें जीप खिलारी, उन्हें मैं बिच बैठी तो बेचारे कांस्टेबल आखन लगे बहन जी लेट जा जी लैके जितना मुर्दा चुक के लैके चले। वो फिर पुलिस चौकी लैके गए तो उन्हें देर नूं एयरफोर्स के जवान ना वो लैके आ गए सी, गड्डियां ट्रक लैके आ गए सी। 3 तरीक नूं उत्थे FIR लिखाउण लगे तो मैनूं SHO धमकियां दिंदा सी, जिन्हां दे नाम लिखा रही हो होश में हो ना, वो कौन है पता? मैं क्या पता क्या कातल है, उन्हें नहीं लिखे, उन्हें माड़ी जी लिखी 2-4 अखर लेके मेरे साइन करा के 2 कागजां ते मोहर ला के मेरे हाथ च फड़ा दी। कहना अब तो मैं बिजी हूं, कल परसों आके FIR लै जियो। जो मैं 12 तरीक नूं FIR लैन गई हाँ, फिर उस तरह मेरे हसबैंड का नाम लिख दिता, मेरे बेटे का मेरा नाम लेके थले दफावां ला के मोहर ला के मेरे हाथ फड़ा दी। क्योंकि ये गवर्नमेंट मुलाजिम सी, उत्थे दफ्तर च देनी सी, मैं वही फोटो सिट करा के देती ते वो बाकी मैं लैमीनेशन कर करके ना जिन्ने सबूत सी रखती रही जी। वो जेडे इकट्ठे करके सबूत ते फिर मैं आन के जब कमीशन बैठे इथों एफिडेविट घलिया 85 च जी बाई नेम। बस घड़े वट्टे पैंदे रहे, कोई न्याय ते मिलदा नहीं सी। कमिशनां ते जाके गवाही भी दे आउंदी, लोग छुप के जांदी, पता नहीं किदां जाके फिर आ जांदी अंमृतसर तो जी। ਤੇ ਤੁਸੀਂ ਵੀ ਜੀ ਤੁਸੀਂ ਦਿੱਲੀ ਛੱਡ ਕੇ ਫਿਰ ਪੰਜਾਬ ਆ ਗਏ ਸੀਗੇ? ਹਾਂ ਮੈਂ 84 ਚ ਆ ਗਈ ਸੀ 12 ਦਸੰਬਰ ਨੂੰ ਆਪਣੇ ਬੇਟੀ ਨੂੰ ਨਾਲ ਲੈ ਕੇ। नहीं मेरा बेटी बेटा मेरा भरा पहले कैंप च गया सी इत्थे गुरदासपुर जिले तो जी। वो आंदे सी भी हुण इत्थे कुछ नहीं रहा ते तू चल हुण। मैं आख्या वो जड़ियां बीबियां सी जिन्हां दे सारे परिवार मर गए, वो मैनूं चंबड़ जांदे भी हुण तू ना किते छड्ड के चल जी। मैं आख्या मैं नहीं जाना, आ बीबियां जदों सारियां चली जाणगीआं तां जाऊं, नहीं ते कोई आश्रम बनेगा कुछ भी बनेगा मैं इन्हां दे विच ही रहना जी। फिर मेरा भरा ना मेरे तिना बेटियां नूं बेटे नूं अपने गुरदासपुर जिले च लै गया सी जी। वो आंदा फिर बच्चों नूं ते घर दे नाल रोल के इन्हां नूं किसी स्कूल सकाल च पाइए जाके। मैं कहा लै जाओ। फिर जदों बीबियां मैनूं सारियां छड्ड गईयां ते फिर किसी नूं नौकरी मिल गई, कोई अपने पेके चल गई, कोई पता नहीं किधर किधर चल गया। ते फिर मैं उथों कैंप विचों आई हां 12 दसंबर नूं उत्थे पिंड, ते फिर उस तो बाद मैं सरां च आ गई सी। सरां च रही जी। फिर बस इसे जाके अगवाइयां लोग चुप के दे आउंदी। मन तो ये सी ये मार पई, महाराज नूं भी आंदी हर वे इतनी मार कई पई करवाने तैं की दर्द आया, इन्नी मार पई आ जी। तो साडा तो कोई वतन ही नहीं। मैं तो आंदी सी भी साडा तो कोई वतन ही नहीं, साडा कोई देश ही नहीं, साडा कोई घर ही नहीं। पाकिस्तान मुल्तान तो आए सी, मार पई उदों 6 सालां दी सी, मार पई ते हिंदुस्तान नूं आ गए। ਹੁਣ ਹਿੰਦੁਸਤਾਨੀਆਂ ਨੇ ਮਾਰਿਆ, ਹੁਣ ਕਿੱਥੇ ਜਾਈਏ? ਉਹਨਾਂ ਨੂੰ ਪੁੱਛਦੀ ਸੀ ਜਿਹੜੇ ਆਜ਼ਾਦ ਘਾਟੀਏ ਸੀ ਵੀ ਹੁਣ ਕਿੱਥੇ ਜਾਈਏ ਦੱਸੋ ਜੀ। ਬੀਜੀ ਸਾਡੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਕਾਲਰ ਹੈ ਜੀ, ਇੱਕ ਇੱਦੀ ਅਸੀਂ ਗੱਲ ਕਰੀਏ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੁਗਰਾਜ ਗਿੱਲ USA ਤੋਂ ਪੱਤਰਕਾਰ ਬੋਲਦਾ ਜੀ। ਹਾਂਜੀ ਜੁਗਰਾਜ ਜੀ ਸਤਿ ਸ਼੍ਰੀ ਅਕਾਲ ਜੀ। ਬੀਜੀ ਵੀ ਤੁਹਾਨੂੰ ਸੁਣਦੇ ਆ ਜੀ। ਬੀਜੀ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦਾ ਤੇ ਇਹਨਾਂ ਨੂੰ ਅਸੀਂ ਨਾ ਇੱਕ ਫਿਲਮ ਬਣਾਈ ਸੀ ਆਜ਼ਾਦੀ ਦਾ, ਫਰੀडम
ਜੀ ਤੇ ਉਹਦੇ ਤੇ ਬੈਨ ਲੱਗ ਗਿਆ ਸੀ। ਇੰਡੀਆ ਦੇ ਵਿੱਚ ਤਾਂ ਰਿਲੀਜ਼ ਨਹੀਂ ਹੋਈ, ਆਸਟ੍ਰੇਲੀਆ ਤੇ ਦੂਜੇ ਮੁਲਕਾਂ ਰਿਲੀਜ਼ ਹੋਈ ਸੀ ਤੇ ਇਹਨਾਂ ਦਾ ਇਹੀ ਸੇਮ ਰੋਲ ਦਿੱਤਾ ਸੀ, ਹਾਈਲਾਈਟ ਕੀਤਾ ਸੀ ਇਹਨਾਂ ਨੂੰ। ਜੀ ਬਿਲਕੁਲ ਜੀ, ਤੁਸੀਂ ਇਹ ਗੱਲ ਮੈਂਸ਼ਨ ਵੀ ਕੀਤੀ ਹੈ। ਥੈਂਕ ਯੂ ਤੁਹਾਡਾ ਵੀਰ ਜੀ, ਫੋਨ ਕੀਤਾ ਦੇਵੀ ਸ਼ਰਮਾ ਜੀ, ਤੇ ਮੇਰੇ ਵੱਲੋਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਇਓ ਜੀ। ਜੀ ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਜੀ। ਤੇ ਵੀ ਜੀ ਤੁਸੀਂ ਜਿਹੜਾ ਹੁਣ ਅਸੀਂ ਗੱਲ ਕਰਦੇ ਆ ਕਿ ਤੁਸੀਂ FIR ਉਦੋਂ ਕਰਾਈ ਸੀ ਤੇ ਉਸ ਤੋਂ ਬਾਅਦ ਫਿਰ ਕਿੰਨੀ ਵਾਰੀ ਕਮਿਸ਼ਨ ਬੈਠਿਆ, ਕੀ ਕੁਝ ਹੁੰਦਾ ਰਿਹਾ, ਤੇ ਤੁਸੀਂ ਇਕੱਲੇ ਹੀ ਇਸ ਲੜਾਈ ਨੂੰ ਲੈ ਕੇ ਚੱਲਦੇ ਰਹੇ? ਕਿੰਨੀਆਂ ਕੁ ਔਕੜਾਂ, ਕਿੰਨੀਆਂ ਕੁ ਮੁਸ਼ਕਲਾਂ, ਕਿੰਨਾ ਕੁ ਤੁਹਾਡਾ ਲੋਕਾਂ ਨੇ ਸਾਥ ਦਿੱਤਾ ਸੀ, ਕਿੰਨੀਆਂ ਕੁ ਤੁਹਾਨੂੰ ਧਮਕੀਆਂ ਵੀ ਮਿਲੀਆਂ ਸੀ ਕਿ ਤੁਸੀਂ FIR ਕਿਉਂ ਕੀਤੀ ਹੈ? ਦੇਖੋ ਕਮਿਸ਼ਨ ਬੈਂਦੇ ਮੈਂ ਐਫੀਡੇਵਿਟ ਕਰ ਦਿੰਦੀ। ਐਫੀਡੇਵਿਟ ਫਿਰ ਬਾਅਦ ਵਿੱਚ ਜਦੋਂ ਮੈਨੂੰ ਸਮਣ ਆਉਂਦਾ ਕੋਈ ਪੁਲਿਸ ਵਾਲੇ ਤੇ ਮੈਂ ਜਾਣਦੀ ਨਹੀਂ ਸੀ ਵੀ ਮੇਰਾ ਕੇਸ ਇੱਥੇ ਅੰਮ੍ਰਿਤਸਰ, ਜੇ ਮੈਂ ਉੱਥੇ ਕੱਲੀ ਗਈ ਤਾਂ ਮੈਨੂੰ ਤਾਂ ਮਾਰ ਕੇ ਸੁੱਟਣਗੇ ਤੇ ਤੁਸੀਂ ਮੇਰਾ ਕੇਸ ਅੰਮ੍ਰਿਤਸਰ ਤਬਦੀਲ ਕਰੋ। ਉਹ ਆਂਦੇ ਸੀ ਐਸਾ ਹੋ ਨਹੀਂ ਸਕਦਾ। ਫਿਰ ਕੋਈ ਕਮਿਸ਼ਨ ਬੈਂਦਾ ਤੇ ਮੈਂ ਐਫੀਡੇਵਿਟ ਕਰਦੀ ਤੇ ਜਾ ਕੇ ਗਵਾਹੀ ਵੀ ਦੇ ਆਉਂਦੀ, ਲੋਕ ਛੁਪ ਕੇ ਜਾਂਦੀ, ਰਾਏ ਕਰਾਇਆ ਜਾਂਦੀ, ਰਾਤ ਦੀ ਗੱਡੀ ਬਹਿੰਦੀ, ਉੱਥੇ ਬੈਠ ਜਾਂਦੀ। ਕਦੀ ਮੈਂ ਟਿਕਟ ਬੁੱਕ ਨਹੀਂ ਕਰਾਉਂਦੀ ਸੀ ਵੀ ਮੇਰਾ ਰਿਕਾਰਡ ਨਾ ਬਣੇ। ਫਿਰ ਉੱਥੋਂ ਜਦੋਂ ਆਉਂਦੀ ਉਦੋਂ ਨਿਜ਼ਾਮੁਦੀਨ ਜਾ ਕੇ ਬੈਠ ਜਾਂਦੀ, ਜਿਹੜਾ ਛੱਤੀਗੜ੍ਹ ਤੋਂ ਜਾਂ ਪਿੱਛੋਂ ਟਾਟਾ ਮੂਰੀ ਆਉਂਦੀ ਉਹਦੇ ਚ ਬੈਠ ਜਾਂਦੀ ਵੀ ਜੇ ਪੰਜਾਬ ਦੀ ਗੱਡੀ ਚ ਚੜੀ ਤੇ ਪਤਾ ਲੱਗ ਜਾਏਗਾ ਚੱਲੀ। ਬਸ ਇਸ ਤਰ੍ਹਾਂ ਲੋਕ ਛਪ ਕੇ ਮਹਾਰਾਜ ਦਾ ਨਾਂ ਲੈ ਕੇ ਚਲੀ ਜਾਂਦੀ। ਬੱਚੇ ਮੇਰੇ ਰੋਂਦੇ ਵੀ ਹੁਣ ਜਾਇਓ ਨਾ ਦਿੱਲੀ, ਤੁਹਾਨੂੰ ਉਹਨਾਂ ਮਾਰ ਦੇਣਾ, ਤੁਸੀਂ ਇੱਥੇ ਨਹੀਂ ਹੋਣਾ, ਸਾਨੂੰ ਮਾਰੋ ਪਹਿਲੋਂ। ਮੈਂ ਇਹਨਾਂ ਨੂੰ ਬੇਟਾ ਮੈਂ ਕੀ ਕਰਨ ਜਾਣਾ ਵਾ, ਆਪਣੇ ਸਾਰੇ ਕੰਮ ਦਿੱਲੀ ਆ ਤੇ ਉਹ ਮੈਂ ਗੈਸ ਸਿਲੰਡਰ ਵਾਸਤੇ ਜਾਣਾ ਵਾ, ਫਲਾਣੇ ਥਾਂ ਜਾਣਾ, ਤੇਰੇ ਡੈਡੀ ਦੇ ਅਫਸਰੋਂ ਚਿੱਠੀ ਆਈ ਉੱਥੇ ਜਾਣਾ ਵਾ, ਤੇ ਤੁਸੀਂ ਫਿਕਰ ਨਾ ਕਰਿਓ, ਮੈਂ ਸਵੇਰੇ ਸੁਖਤੇ ਆ ਜਾਊਂਗੀ। ਬਸ ਰਾਤ ਦੀ ਗੱਡੀ ਬਹਿ ਕੇ ਉੱਥੇ ਅਗਵਾਈ ਦੇਣੀ, 7 ਵਜੇ ਬਹਿ ਕੇ ਜਾ ਕੇ ਇਸ਼ਨਾਨ ਕਰਨਾ ਚਾਂਦਨੀ ਚੌਂਕ। ਫਿਰ ਜਿੱਥੇ ਕਮਿਸ਼ਨਰ ਫੁਲਕਾ ਸਾਹਿਬ ਨੂੰ ਫੋਨ ਕਰਨਾ ਵੀ ਮੈਂ ਆਈ ਆ। ਕਦੀ ਕਮਿਸ਼ਨ ਦੀ ਛੁੱਟੀ ਹੋਵੇ, ਕਦੀ ਬੈਠਾ ਨਾ ਹੋਵੇ, ਫਿਰ ਆ ਜਾਣਾ, ਫਿਰ ਜਾਣਾ। ਫਿਰ ਨਾਨਾਵਤੀ ਕਮਿਸ਼ਨ ਬੈਠਾ, ਮੈਂ ਫਿਰ ਐਫੀਡੇਵਿਟ ਘੱਲਿਆ। ਫਿਰ ਐਫੀਡੇਵਿਟ ਲਿਆ ਤੇ ਫਿਰ ਮੈਂ ਅਗਵਾਈ ਦੇਣ ਗਈ, 2-3 ਵਾਰੀ ਗਈ, ਕਦੀ ਕਮਿਸ਼ਨ ਨਾ ਬੈਠਾ ਹੋਵੇ। ਕਈ ਫਿਰ ਅਨਮੈਰਿਡ ਬੇਟੀ ਸੀ, ਉਹਨੇ ਚਲੋ MA ਕੀਤੀ ਸੀ, ਮੈਂ ਫਿਰ ਉਹਨੂੰ ਦੱਸਿਆ ਕਮਿਸ਼ਨ ਦੇ ਪੇਸ਼ ਹੋਣ ਜਾਣਾ ਵਾ, ਚੱਲ ਮਾਂ ਬੇਟੀ ਚੱਲਦੇ, ਕੋਈ ਖਤਰਾ। ਚਲੀਆਂ ਗਈਆਂ। ਫਿਰ ਜਾ ਕੇ ਦੂਸਰੇ ਦਿਨ ਕਮਿਸ਼ਨ ਸਾਹਿਬ ਦੇ ਪੇਸ਼ ਹੋਈ, ਜਾ ਕੇ ਬਿਆਨ ਦਿੱਤੇ ਸਾਰੇ। ਇੱਕ ਨਾ ਐਫੀਡੇਵਿਟ ਜਿਹੜਾ ਪਹਿਲੋਂ ਘੱਲਿਆ ਸੀ ਨਾ, ਉਹਦੇ ਚ ਵੱਡਾ ਲੀਡਰ ਲਿਖਿਆ ਸੀ ਤੇ ਉਹਦੇ ਵਿੱਚ ਉਹਨਾਂ ਸੱਜਣ ਕੁਮਾਰ ਦਾ ਨਾਂ ਨਹੀਂ ਲਿਖਿਆ ਸੀ ਜੀ, ਵੱਡਾ ਲੀਡਰ ਹੀ ਲਿਖਿਆ ਸੀ। ਫਿਰ ਉਹ ਜਿਹੜਾ ਮੈਂ ਦੂਸਰਾ ਐਫੀਡੇਵਿਟ ਦੇਣ ਲੱਗੀ ਨਾਨਾਵਤੀ ਦੇ, ਤੇ ਉਦੋਂ ਮੈਨੂੰ ਇਸ ਤਰ੍ਹਾਂ ਕਹਿਣ ਲੱਗੇ ਵੀ ਤੁਹਾਡਾ ਐਫੀਡੇਵਿਟ ਹੈਗੇ ਨੇ ਤੇ ਤੁਸੀਂ ਦੱਸੋ ਕੋਈ ਨਵੀਂ ਗੱਲ ਲਿਖਾਉਣੀ ਹੈ। ਤੇ ਮੈਂ ਕਿਹਾ ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ, ਮੈਨੂੰ ਪੜ੍ਹ ਕੇ ਸੁਣਾਓ ਪਹਿਲਾਂ। ਉਹਨਾਂ ਪੜ੍ਹ ਕੇ ਸੁਣਾਇਆ ਤੇ ਜਿੱਥੇ ਉਹਨਾਂ ਵੱਡਾ ਲੀਡਰ ਕਹਿੰਦਾ, ਮੈਂ ਕਿਹਾ ਮੈਂ ਇੱਥੇ MP ਲਿਖਾਇਆ ਸੀ। ਉਹ ਕਹਿੰਦਾ ਵੀ MP ਤਾਂ ਉੱਥੇ 540 ਨੇ, ਤੁਸੀਂ ਨਾਂ ਲਓ MP ਕਿਹੜਾ ਸੀ। ਫਿਰ ਮੈਂ ਆਖਿਆ ਵੀ ਸਾਡੇ ਇਲਾਕੇ ਦਾ ਸੱਜਣ ਕੁਮਾਰ MP ਸੀ। ਉਹਨੇ ਫਿਰ ਉਸ ਐਫੀਡੇਵਿਟ ਵਿੱਚ ਨਾਂ ਲਿਖਿਆ। ਉੱਥੇ ਫਿਰ ਜਾ ਕੇ ਨਾਨਾਵਤੀ ਤੇ ਗਈ ਤੇ ਇੱਕ ਉਹਨਾਂ ਮਿਲਟਰੀ ਵਾਲੇ ਮਰਦੇ ਆ ਕੇ ਇਕੱਲੇ ਤੇ ਸਿੱਖ ਨਹੀਂ ਸੀ ਲਿਖੀ, ਇਹ ਉਹਨਾਂ ਕਲੀਅਰ ਕੀਤਾ। ਮੈਂ ਕਹਿੰਦੀ ਸਿੱਖ ਮਿਲਟਰੀ ਵਾਲੇ ਮਾਰੇ ਸੀ। ਉਹ ਫਿਰ ਅਗਵਾਈ ਦੇ ਕੇ ਆ ਗਈ, ਰਾਏ ਕਰਾਏ ਉਸੇ ਤਰ੍ਹਾਂ ਮਾਂ ਬੇਟੀ ਵੀ ਆ ਗਈਆਂ। ਤੇ ਉਸ ਤੋਂ ਬਾਅਦ ਫਿਰ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ ਹੈ ਨਾ, ਤੇ ਇਹਨਾਂ 2005 ਤੇ ਇਹਨਾਂ 4 ਚ ਕੇ 5 ਆਈ ਆ, ਤੇ ਇਹਨਾਂ ਮੇਰੀ ਫਾਈਲ ਲਗਾ ਲਈ। ਉਹ ਫਾਈਲ ਹੀ ਓਪਨ ਨਾ ਕਰ। ਉਹ ਫਿਰ ਸਾਰੀ ਪਾਰਲੀਮੈਂਟ ਚ ਰੌਲਾ ਪੈ ਗਿਆ। ਉਦੋਂ ਸੁਖਵੀਰ ਵੀ ਉੱਥੇ ਹੀ ਸੀ, ਭੁੰਦੜ, ਬਾਕੀ ਤਰਲੋਚਨ ਸਿੰਘ, ਇਹ ਸਾਰੇ ਪਾਰਲੀਮੈਂਟ ਚ। ਇਹ ਫਿਰ ਸਾਰੇ ਰੌਲੇ ਹੋਰ ਪਾਰਟੀਆਂ ਵੀ ਇਕੱਠੀਆਂ ਹੋ ਗਏ ਵੀ ਉਹ ਜਿਹੜੀ ਉਹ ਕਿੱਥੇ ਗਏ, ਤੁਸੀਂ ਮੇਜ ਤੇ ਲਿਆਓ ਨਾਨਾਵਤੀ ਕਮਿਸ਼ਨ ਦੀ ਸਾਰੀ ਰਿਪੋਰਟ। ਇਹ ਤਾਂ ਫਿਰ ਜਦੋਂ ਸਾਰੀ ਰੌਲੀ ਪਈ ਤੇ ਮੇਰੀ ਫਾਈਲ ਪ੍ਰਧਾਨ ਮੰਤਰੀ ਕੋਲ ਚਲੀ ਗਈ। ਉਹਨਾਂ ਜਦੋਂ ਵੇਖੀ ਤੇ ਉਹਨਾਂ ਆਖਿਆ ਵੀ CBI ਨੂੰ ਦਿਓ ਰਿਪੋਰਟ, ਉਹ ਇਨਕੁਆਇਰੀ ਕਰੇ। ਫਿਰ CBI ਕੋ ਗਈ। CBI 2008 ਤੱਕ ਇਨਕੁਆਇਰੀ ਕਰਦੀ ਰਹੀ, ਮੇਰੇ ਘਰ ਹੀ ਫਿਰ। ਮੈਂ ਆਖਿਆ ਮੈਂ ਇੱਥੇ ਦਿੱਲੀ ਨਹੀਂ ਹੋਣਾ, ਤੁਸੀਂ ਸ਼ਾਇਦ ਪੁਲਿਸ ਵਾਲੇ, ਪੁਲਿਸ ਵਾਲੇ ਤੇ ਕਾਤਲ ਨੇ, ਮੈਂ ਨਹੀਂ ਹੋਣਾ ਉਹਨਾਂ ਦੇ ਆਖੇ। ਉਹ ਆਖਣ ਲੱਗੇ ਵੀ ਆਣ ਕੇ ਫਿਰ ਅਫਸਰ ਮੇਰੇ ਘਰ ਆਉਂਦੇ ਰਹੇ CBI ਦੇ, ਵੀ ਨਹੀਂ ਅਸੀਂ ਰੈਂਕ ਸਾਡੇ ਉਹ ਹੁੰਦੇ ਪਰ ਅਸੀਂ ਪੁਲਿਸ ਨਹੀਂ, ਅਸੀਂ CBI ਹਾਂ, ਤੁਸੀਂ ਬਿਆਨ ਦਿਓ। ਤੇ ਮੈਂ ਕਿਹਾ ਇੱਥੇ ਅੰਮ੍ਰਿਤਸਰ ਲਿਆਇਓ ਮੇਰਾ ਕੇਸ, ਮੈਂ ਉੱਥੇ ਨਹੀਂ ਜੇ ਜਾਣਾ। ਕਹਿਣ ਲੱਗੇ ਨਹੀਂ ਅਸੀਂ ਹਮ ਲੜेंगे, ਆਪ ਬਿਆਨ ਕਰੋ। ਚਲੋ 2008 ਤੱਕ ਅਫਸਰ ਉਹ ਸਾਰੇ CBI ਦੇ ਮੇਰੇ ਕੋਲ ਆਉਂਦੇ ਰਹੇ, ਬਿਆਨ ਲੈ ਕੇ ਚਲੇ ਜਾਂਦੇ। ਫਿਰ 2008 ਦੇ ਵਿੱਚ ਮੇਰੇ ਇੱਥੇ ਕੋਰਟ ਵਿੱਚ 164 ਦੇ ਬਿਆਨ ਹੋਏ।
ਤੇ ਉਸ ਤੋਂ ਬਾਅਦ ਫਿਰ 2009 ਦੇ ਵਿੱਚ ਇਹ ਕੇਸ ਜਿਹੜਾ ਅਦਾਲਤ 'ਚ ਚਲ ਗਿਆ। ਫਿਰ ਇਹ ਅੰਡਰਗਰਾਉਂਡ ਹੋ ਗਿਆ, ਅੰਡਰਗਰਾਉਂਡ ਹੋ ਗਿਆ, ਆਂਦੇ ਲੱਭੇ ਨਹੀਂ ਚਲ ਗਏ। ਫਿਰ ਇਹਦੇ ਵਾਰੰਟ ਨਿਕਲੇ ਪਈ, ਇਹ ਇੰਨੀ ਇਹਦੇ 50-60 ਇਹਦੇ ਬਾਡੀਗਾਰਡ ਨੇ, ਤੇ ਉਹਨਾਂ ਦੇ ਵਿੱਚ ਕਿੱਥੋਂ ਲੁੱਕ ਗਿਆ। ਫਿਰ ਵਾਰੰਟ ਨਿਕਲੇ। ਫਿਰ ਇਸੇ ਤਰ੍ਹਾਂ 2010 ਵਿੱਚ ਕੇਸ ਚੱਲਿਆ, ਪਰ ਕੇਸ ਕਿਸ ਤਰੀਕੇ ਨਾਲ ਚੱਲਿਆ, ਮੇਰਾ 12 ਦਿਨ ਇੱਕ ਵਕੀਲ ਨੇ ਮੇਰਾ ਸਿਰ ਖਾਦਾ, ਕ੍ਰਾਸ ਚੱਲਦੀ ਸੀ। ਇੰਨਾ ਮੁਸ਼ਕਿਲ ਤੇ ਇੰਨਾ ਸੀ ਨਾ, ਮੈਂ ਹੁਣ ਤੁਹਾਨੂੰ ਕੀ ਦੱਸਾਂ ਜੀ। ਬੀਜੀ ਸਾਡੇ ਨਾਲ ਕੋਈ ਗੱਲ, ਬੀਜੀ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਜੀ ਤੇ ਸਤਿਕਾਰਯੋਗ ਭੈਣ ਜੀ ਜਗਦੀਸ਼ ਕੌਰ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਔਖਾ ਵੈਸੇ ਇਹ ਗੱਲ ਸੁਣਨੀ, ਕਿਉਂਕਿ ਬੀਬੀ ਜਗਦੀਸ਼ ਕੌਰ ਉਹਨਾਂ ਨੇ ਜੋ ਕੁਝ ਆਪਣੇ ਪਿੰਡੇ ਤੇ ਹੰਡਾਇਆ ਹੈ, ਉਸ ਦਰਦ ਨੂੰ ਮੇਰਾ ਖਿਆਲ ਹੈ ਵੀ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਹੈ। ਬਿਲਕੁਲ ਜੀ। ਮੇਰਾ ਸਿਰਫ ਇਹਨਾਂ ਨੂੰ ਇੱਕੋ ਇੱਕ ਇਹ ਸਵਾਲ ਹੈ ਕਿ 36 ਵਰ੍ਹੇ ਬੀਤ ਗਏ ਨੇ। 36 ਵਰ੍ਹਿਆਂ ਦੇ ਦੌਰਾਨ ਜਿਨ੍ਹਾਂ ਰਾਜਨੀਤਿਕ ਲੋਕਾਂ ਨੇ ਜੂਨ 1984 ਕਰਵਾਇਆ, ਤੇ ਉਸ ਤੋਂ ਬਾਅਦ ਜਿਹਦਾ ਖਮਿਆਜਾ ਦਿੱਲੀ ਦੇ ਕਾਨਪੁਰ ਤੇ ਬੋਕਾਰੋ ਦੇ ਸਿੱਖਾਂ ਨੂੰ ਭੁਗਤਣਾ ਪਿਆ, ਕਿ ਉਹਨਾਂ ਲੋਕਾਂ ਨੇ ਕਦੇ ਆ ਕੇ ਬਾਂਹ ਫੜੀ, ਕਦੇ ਆ ਕੇ ਪੁੱਛਿਆ ਕਿ ਭੈਣ ਜੀ ਕੀ ਨੁਕਸਾਨ ਹੋਇਆ, ਅਸੀਂ ਖੜੇ ਹਾਂ ਤੁਹਾਡੇ ਨਾਲ ਤੇ ਤੁਹਾਡੇ ਬੱਚਿਆਂ ਦੀ ਤੇ ਤੁਹਾਡੀ ਟੇਕ ਕੇਅਰ ਕਰਨ ਦੇ ਲਈ ਕੌਮ ਤੇ ਪੰਥ ਨੇ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਅਸੀਂ ਨਿਭਾਵਾਂਗੇ। ਇਹਦੇ 'ਚ ਇਹ ਸਵਾਲ ਜ਼ਰੂਰ ਭੈਣ ਜੀ ਦੱਸਣ ਕਿ ਕਿੰਨਾ ਕੁ ਸਾਥ ਦਿੱਤਾ ਉਹਨਾਂ ਲੋਕਾਂ ਨੇ ਜੀ। ਜੀ ਬਿਲਕੁਲ ਜੀ, ਤੁਹਾਡੀ ਗੱਲ ਬੀਜੀ ਹੁਣਾਂ ਨੇ ਸੁਣੀ ਹੈ ਤੇ ਜ਼ਰੂਰ ਅਸੀਂ ਬੀਜੀ ਹੁਣਾਂ ਤੋਂ ਜਾਣਦੇ ਹਾਂ। ਹਾਂਜੀ ਬੀਜੀ, ਸਾਨੂੰ ਕੁਲਦੀਪ ਸਿੰਘ ਜੀ ਸਵਾਲ ਕਰਕੇ ਗਏ ਆ, ਤੁਹਾਨੂੰ ਤੁਸੀਂ ਸੁਣਿਆ ਤੇ ਕੀ ਕਹੋਗੇ ਜੀ? ਦੇਖੋ, ਜਿਸ ਤਨ ਲੱਗੇ ਸੋ ਤਨ ਜਾਣੇ, ਅਵਰ ਕਿਆ ਜਾਣੇ ਕੋਈ ਪੀਰ ਭਰੀ, ਜੋ ਲੱਗੀ ਤਾਂ ਸਾਨੂੰ ਹੋਈ ਸੀ। ਚਲੋ ਕੋਈ ਸਿੱਖ ਭਰਾ ਆਇਆ, ਅਫਸੋਸ ਕਰ ਗਿਆ, ਧੰਨਵਾਦ ਆ ਉਹਦਾ, ਅਫਸੋਸ ਕਰ ਗਿਆ। ਪਰ ਮੈਂ ਕਦੀ ਨਾ ਕਿਸੇ ਕੋ ਕਦੀ ਕੋਈ ਮਦਦ ਮੰਗੀ ਸੀ, ਤੇ ਨਾ ਮੈਂ ਕਿਸੇ ਨੂੰ ਦੱਸਦੀ ਸੀ। ਮੈਂ ਕੇਸ ਕਈਆਂ ਨੂੰ ਮੈਂ ਕਿਹਾ ਵੀ ਮੈਂ ਪਛਾਣਨੀ ਆ, ਮੈਂ ਲੜਨਿਆ, ਤਾਂ ਮੈਨੂੰ ਕਹਿ ਦਿੰਦੇ ਸੀ ਤੂੰ ਕੀ ਹਨੇਰੇ 'ਚ ਹੱਥ ਮਾਰਨ ਰਹੀ ਆ, ਨਾਗਾਂ ਦੀਆਂ ਰੁੱਡਾਂ 'ਚ ਹੱਥ ਪਾਉਂਦੀ ਆ, ਉਹਨਾਂ ਨੂੰ ਕੀ ਹੋਣਾ, ਉਹਨਾਂ ਦਾ ਰਾਜ ਚੱਲਦਾ ਆ, ਉਹ 'ਚ ਕਿੰਨੇ ਪੁੱਛਣਾ, ਕਿਸੇ ਨੇ ਪੁੱਛਣਾ। ਫਿਰ ਮੈਂ ਚੁੱਪ ਕਰ ਰਹਿੰਦੀ, ਨਾ ਪੁੱਛਣ ਨਾ ਸਹੀ, ਪਰ ਮੈਂ ਮਰਦੀ ਜ਼ਿੰਦਗੀ ਤੱਕ, ਜਦ ਤੱਕ ਮੇਰਾ ਇੱਕ ਸਵਾਸ ਵੀ ਹੋਏਗਾ ਤੇ ਮੈਂ ਲੜਨਾ ਆ। ਬਸ ਕਾਨੂੰਨ ਨੂੰ, ਚਾਹੇ ਕਾਨੂੰਨ ਨਾ ਸੁਣੇ ਕੁਛ, ਪਰ ਇਹ ਗੱਲ ਆ ਇੱਕ ਵਾਰੀ ਇਹ ਦੋਸ਼ੀ ਕਰਾਰ ਤਾਂ ਦਿੱਤੇ ਜਾਣ ਵੀ ਦੋਸ਼ੀ ਨੇ। ਹੁਣ ਉਹ ਤੇ ਆਂਦੇ ਮਰ ਗਏ, ਇੰਦਰਾ ਗਾਂਧੀ ਦਾ ਬੜਾ ਕਰੋਸ਼ ਸੀ ਲੋਕਾਂ ਨੂੰ, ਮਾਂ ਸੀ, ਲੋਕਾਂ ਨੇ ਆਪੇ ਮਾਰ ਦਿੱਤੀ, ਝੁੱਗੀਆਂ ਝੌਂਪੜੀਆਂ ਵਾਲੇ। ਉਦੋਂ ਮੈਨੂੰ ਅੱਗ ਲੱਗਦੀ ਸੀ ਵੀ ਆਣ ਕੇ ਤਾਂ ਪਹਿਲਾਂ ਲੀਡਰ ਖੜੇ ਹੁੰਦੇ ਸੀ ਤੇ ਨਿਸ਼ਾਨੀਆਂ ਲਾਉਂਦੇ ਸੀ, ਤੇ ਮੈਂ ਤੇ ਵਿੱਚੇ ਫਿਰਦੀ ਰਹੀ, ਜਰਨਲਾਂ ਤੱਕ ਮੈਂ ਜਾ ਕੇ ਤਰਲੇ ਕਰਦੀ ਰਹੀ ਹਾਂ, ਤੇ ਕਿਸੇ ਨੇ ਸੁਣਿਆ ਨਹੀਂ। ਤੇ ਬੜਾ ਪੇੜ ਗਿਰਤਾ ਤੇ ਧਰਤੀ ਹਿਲਦੀ ਆ, ਬੜਾ ਪੇੜ ਜਦ 31 ਨੂੰ ਡਿੱਗਾ ਧਰਤੀ ਨਹੀਂ ਹਿੱਲੀ, ਤੇ ਹੌਲੀ ਹੌਲੀ 1 ਤਰੀਕ ਨੂੰ ਹਿੱਲੀ ਜਦੋਂ ਪ੍ਰਧਾਨ ਮੰਤਰੀ ਬਣ ਗਿਆ। ਇਹ ਯੋਜਨਾ ਤਾਂ ਪਹਿਲਾਂ ਸੀ ਮਾਰਨ ਦੀ। ਉਹਨਾਂ ਨੇ ਜਦੋਂ ਅਟੈਕ ਹੋ ਗਿਆ ਸੀ ਇਹਦੇ ਤੇ ਹਰਮੰਦਰ ਸਾਹਿਬ ਤੇ, ਉਹਨਾਂ ਨੂੰ ਪਤਾ ਸੀ ਵੀ ਸਿੱਖ ਚੁੱਪ ਕਰਕੇ ਬਹਿਣ ਵਾਲੇ ਨੇ, ਹੈਨਾ, ਕਰਨਗੇ। ਪਹਿਲਾਂ ਹੀ ਇਹ ਯੋਜਨਾ ਬਣਾਈਆਂ ਸੀ, ਹਥਿਆਰ ਐਡੇ ਭਿਆਨਕ ਘੜ ਕੇ ਰੱਖੇ ਸੀ ਵੀ ਜੇ ਜਰਾ ਵੀ ਇਹ ਹਿਲਜੁਲ ਕਰਨਗੇ ਤੇ ਇੱਕ ਵੀ ਜਿਉਂਦਾ ਨਹੀਂ ਛੱਡਣਾ। ਇਹ ਤਾਂ ਪਹਿਲਾਂ ਹੀ ਉਹਨਾਂ ਦੇ ਪਲੈਨਿੰਗ ਸੀ। ਤੇ ਮੇਰਾ ਹਸਬੈਂਡ ਵੀ ਉਹਦੇ ਵਿੱਚ ਹੈਗਾ ਸੀ, ਆਰਮੀ ਵਿੱਚ। ਮੇਰੇ ਭਰਾ ਵੀ MS ਦੇ ਠੇਕੇਦਾਰ ਸੀ। ਪਹਿਲਾਂ ਉਹਨਾਂ ਆਰਮੀ ਮਾਰਨੀ ਛੁੱਟੀ, ਕਿੰਨੀ ਕੁ ਵੱਡੀ ਯੋਜਨਾ ਹੈ ਕਿ ਆਰਮੀ ਵੀ ਕੋਈ ਛੱਡਣਾ ਹੀ ਨਹੀਂ, ਭਾਵੇਂ ਉਹ ਕਿੱਡਾ ਵੀ ਅਫਸਰ ਹੋਵੇ। ਸਭ ਨਾਲ ਗੱਲ ਲਾਂਗੇ। ਸਾਡੇ ਉੱਥੇ ਇੱਕ ਵਿਚਾਰਾ ਕੈਪਟਨ ਸੀ, ਤੇ ਉਹ ਵਾਰੰਟ ਅਫਸਰ ਏਅਰਫੋਰਸ 'ਚ ਉਹਦਾ ਪਿਤਾ ਜੀ ਸੀ, ਸਾਗਰਪੁਰੇ ਬੰਗਲਾ ਸੀ। ਇਹਨਾਂ ਦੇ ਕੁਛ ਲਿਮਟ ਹੁੰਦੀ ਹੈ, ਇੰਨਾ ਚਿਰ ਵਿਆਹ ਨਹੀਂ ਹੋ ਸਕਦਾ। ਉਹ ਵਿਚਾਰਾ ਦੀ ਲਿਮਟ ਪੂਰੀ ਉਮਰ ਹੋਈ ਸੀ, ਵਿਆਹ ਕਰਨ ਆਇਆ ਸਾਗਰਪੁਰੇ ਕੋਠੀ ਬੰਗਲਾ ਸੀ। ਤੇ ਉਹ 1 ਤਰੀਕ ਨੂੰ ਸਵੇਰੇ ਉਹ ਪਿਓ ਪੁੱਤ, ਮੇਰੇ ਖਿਆਲ ਜਿਹਨਾਂ ਨੂੰ ਪਤਾ 71 ਦੀ ਜੰਗ ਹੋਈ ਆ, ਤੇ ਚਕਲਾਲਾ ਅੱਡੇ ਦੇ ਤਪਾਹੇ ਲਾ ਕੇ ਆਉਂਦਾ ਸੀ। ਉਹ ਮੁੰਡਾ ਨਵਾਂ ਭਰਤੀ ਹੋਇਆ ਸੀ, ਤੇ ਉਹਨਾਂ ਦੇ ਪਿਓ ਪੁੱਤਾਂ ਦੇ ਸਵੇਰੇ ਟੁਕੜੇ ਕਰਕੇ 1 ਤਰੀਕ ਨੂੰ, ਤੇ ਉਹਨਾਂ ਦੇ ਪਿਓ ਪੁੱਤਾਂ ਨੂੰ ਅੱਗ ਲਾ ਦਿੱਤੀ ਸੀ। ਕਿੰਨੇ ਸੁਣਿਆ ਵਾ ਕਿਸੇ ਦੀ ਗੱਲ? ਕਿਸੇ ਨੇ ਕਿਸੇ ਨੂੰ। ਬਸ ਉਹ ਇੱਕੋ ਨਿਸ਼ਾਨਾ ਸੀ ਵੀ ਕੋਈ ਸਿੱਖ ਜਿੰਦਾ, ਸਾਡੀ ਨਸਲ ਕੁਸ਼ੀ ਕਰ ਰਿਹਾ ਸੀ। 1 ਦਿਨ ਦਾ ਪੁੱਤ ਵੀ ਉਹਨਾਂ ਮਾਰਿਆ, 6 ਮਹੀਨਿਆਂ ਦਾ ਪੁੱਤ ਵੀ ਮਾਰਿਆ, ਗੈਸਾਂ ਤੇ ਭੁੰਨੇ। ਤੇ ਉਹਦਾ ਮਤਲਬ ਅਗਲਾ ਅੱਗੋਂ ਨਸਲ ਕੁਸ਼ੀ ਕਰ ਰਹੇ ਸੀ ਵੀ ਇਹਨਾਂ ਦੀ ਅਗਲੀ ਨਸਲ ਖਤਮ ਕਰ ਦਿਓ, ਵਧੇ ਹੀ ਨਾ।
ਅੱਛਾ ਬੀਜੀ, ਬਸ ਜਿਹੜੇ ਮੈਨੂੰ ਜਿਹੜੇ ਸਰਕਾਰੀ ਅੰਕੜੇ ਆ, ਉਹ ਪੇਪਰਾਂ 'ਚ ਤਾਂ ਕਹਿ ਰਹੇ ਸੀ ਕਿ 2733 ਜਿਹੜੇ ਕਤਲੇਆਮ ਜਿਹੜਾ, ਉਹ ਕਹਿੰਦੇ ਸੀ ਵੀ ਦੰਗਿਆਂ 'ਚ 2733 ਮਰੇ ਆ। ਉਹ ਦੰਗੇ ਕਹਿ ਰਹੇ ਹੈਗੇ, ਜਦ ਕਿ ਇਹ ਦੰਗੇ ਨਹੀਂ। ਅਸੀਂ ਸਾਰੇ ਜਾਣਦੇ ਆ, ਤੁਸੀਂ ਆਪਣੇ ਤੇ ਹੰਡਾਇਆ ਆ, ਤੁਸੀਂ ਆਪਣੀ ਅੱਖੀਂ ਦੇਖਿਆ ਕਿ ਇਹ ਕਤਲੇਆਮ ਸੀ, ਇਹ ਨਸਲਕੁਸ਼ੀ ਸੀ। ਔਰ ਜਦ ਕਿ ਆਪਾਂ ਜਦੋਂ ਦੇਖਦੇ ਆ, ਜਦੋਂ ਅਸੀਂ ਲਾਉਂਦੇ ਆ, ਤੇ ਤਕਰੀਬਨ 17,000 ਲੋਕਾਂ ਦਾ ਜਿਹੜਾ ਉੱਥੇ ਕਤਲ ਕੀਤਾ ਗਿਆ। ਚਲੋ ਇਹਨਾਂ ਮੰਨਿਆ ਦਿੱਲੀ 'ਚ 3000 ਕਤਲ ਕੀਤਾ ਹੈ, ਤੇ ਕਈਆਂ ਦਾ ਤਾਂ ਕੋਈ ਬਚਿਆ ਹੀ ਨਹੀਂ। FIR ਕਰਾਏ 10-10 20 ਘਰ ਦੇ ਮਰਿਆ, ਕਿਸੇ ਨੇ FIR ਹੀ ਨਹੀਂ ਕਰਾਈ, ਕੋਈ ਬਚਿਆ ਹੀ ਨਹੀਂ ਸੀ। ਕੌਣ ਦੱਸਦਾ ਜੀ। ਤੇ ਬੀਜੀ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਵਿਧਵਾ ਕਲੋਨੀ ਬਣਾਈ ਗਈ ਆ, ਉੱਥੇ ਕਿੰਨੇ ਕਿ ਸਾਡੇ ਪੰਥਕ ਜਥੇਬੰਦੀਆਂ ਜਾਂ ਜਿਹੜੇ ਕਿੰਨੀਆਂ ਕਿ ਇਹੋ ਜਿਹੀਆਂ ਸਿੱਖ ਜਥੇਬੰਦੀਆਂ, ਕਿੰਨੇ ਕੁ ਲੋਕਾਂ ਨੇ ਆ ਕੇ ਬਾਹ ਫੜੀ ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਦੇ ਪੂਰੇ ਪਰਿਵਾਰ ਇਸ ਦੁਨੀਆ ਤੋਂ ਚਲੇ ਗਏ। ਮਾਵਾਂ ਜਾਂ ਭੈਣਾਂ ਜਾਂ ਪਤਨੀਆਂ ਜਿਹੜੀਆਂ, ਛੋਟੇ ਬੱਚੇ ਜਿਹੜੇ ਬਚੇ ਪਿੱਛੇ ਪਰਿਵਾਰ ਸੀ, ਵਿਧਵਾ ਕਲੋਨੀ ਸੀ, ਕਿੰਨੀ ਕੁ ਉਹਨਾਂ ਦੀ ਲੋਕਾਂ ਨੇ ਬਾਹ ਫੜੀ, ਕਿੰਨੀ ਕੁ ਉਹਨਾਂ ਦੀ ਮਦਦ ਕੀਤੀ। ਪਤਾ ਨਹੀਂ, ਹੁਣ ਮੈਂ ਕਦੀ ਜਾਂਦੀ ਹਾਂ ਤਾਂ ਉਹਨਾਂ ਦੇ ਉਤੋਂ ਜਿਹੜੇ ਮਕਾਨ ਨੇ ਨਾ, ਉਹ ਖੱਸਾ ਇੱਕ ਕਮਰੇ ਦੇ ਮੈਂ ਉਹ ਵੀ ਢਹਿਣ ਡਏ ਨੇ ਜੀ। ਜਿਹੜੀਆਂ ਪੌੜੀਆਂ ਚੜ੍ਹਨ ਵਾਲੀਆਂ ਉਹ ਵੀ ਢਹਿੰਦੀਆਂ ਨੇ। ਉਹਨਾਂ ਦੇ ਬੁਰੇ ਹਾਲ ਨੇ। ਜਿਨ੍ਹਾਂ ਨੂੰ ਨੌਕਰੀ ਦਿੱਤੀ ਗਵਰਨਮੈਂਟ ਨੇ 4 ਕਲਾਸ ਦੀ, ਤੇ ਉਹਨਾਂ ਨੂੰ ਇੰਨੀ ਦੂਰ ਨੌਕਰੀ ਦਿੱਤੀ ਵੀ ਉਹ ਸਵੇਰੇ 7 ਵਜੇ ਉੱਠ ਕੇ ਤੁਰ ਪੈਂਦੀਆਂ ਤੇ ਸ਼ਾਮੀ 7 ਵਜੇ ਘਰ ਵੜਦੀਆਂ, ਤੇ ਜਿਹੜੇ ਬੱਚੇ ਰਹਿ ਗਏ ਸੀ ਉਹ ਅਮਲੀ ਹੋ ਗਏ। ਪਤਾ ਨਹੀਂ ਕੀ ਹੋ ਗਿਆ। ਇੱਥੇ ਕਿੰਨੇ ਬੱਚੇ ਲਿਆ ਕੇ ਮਾਲੀ ਮੈਂ ਪਾਏ ਨੇ, ਉਹ NGO ਇੱਕ ਬਣਾ ਕੇ ਤੇ ਉਹਦੇ 'ਚ ਪੜਾਉਣ ਡਏ ਆ ਜੀ। ਤੇ ਉਹ ਨਾ ਕੀ ਲਈਦਾ। ਕਦੀ ਮੈਨੂੰ ਤੇ ਨਹੀਂ ਉਮੀਦ ਹੋਈ, ਉਹ ਵਿਚਾਰੀਆਂ ਸ਼ਾਮੀ ਆਉਂਦੀਆਂ ਤੇ ਜਿਹੜੇ ਬੱਚੇ ਬਚ ਗਏ ਸੀ ਉਹ ਅਮਲੀ ਹੋ ਗਏ। ਕੋਈ ਉਹਦੀ ਨੂੰਹਾਂ ਜਿਹੜੀਆਂ ਨੇ ਭਾਂਡੇ ਮਾਂਜਣ ਜਾਂਦੀਆਂ ਸੀ ਲੋਕਾਂ ਦੇ ਘਰੀ। ਬਸ ਮੈਂ ਤਾਂ ਇਹੋ ਜਿਹਾ ਮੰਜ਼ਰੀ ਵੇਖਿਆ, ਉਹਨਾਂ ਦੇ ਹਾਲ ਤੇ ਏਡਾ ਵਧੀਆ ਨਹੀਂ ਜੀ। ਅੱਗੋਂ ਪਤਾ ਨਹੀਂ ਜਾਂਦੀਆਂ ਨੇ ਪਾਰਟੀਆਂ, ਕਈ ਨਹੀਂ ਜਾਂਦੀਆਂ। ਮੈਂ ਤਾਂ ਕਦੀ ਜਾਂਦੀ ਆ, ਵੇਖਦੀ ਆ, ਤੇ ਹਾਲਤ ਬੁਰੇ ਹੀ ਨੇ। ਇੰਨਾ ਕੁਛ ਹੋਇਆ। ਇੰਨੇ ਤੁਸੀਂ ਜਦੋਂ ਕੈਨੇਡਾ 'ਚ ਆਏ ਸੀ, ਸਾਡੇ ਇੱਥੇ ਤੁਹਾਨੂੰ ਬੁਲਾ ਕੇ ਸਪੈਸ਼ਲ ਤੌਰ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਸੀ ਇਸ ਕਤਲੇਆਮ ਦੀ, ਜਗਮੀਤ ਸਿੰਘ ਹੁਣਾਂ ਨੇ ਤੁਹਾਨੂੰ ਖਾਸ ਤੌਰ ਤੇ ਜਿਹੜਾ ਬੁਲਾਇਆ ਸੀ, ਬੜਾ ਸਨਮਾਨ ਦਿੱਤਾ ਸੀ। ਬਾਹਰਲੇ ਮੁਲਕਾਂ 'ਚ ਜਿਹੜੇ ਸਿੱਖ ਬੈਠੇ ਆ, ਜਿਹੜੇ ਅੱਜ ਵੀ ਤੁਹਾਡੇ ਨਾਲ ਖੜੇ ਆ, ਤੇ ਜਿਹੜੀਆਂ ਭਾਰਤ ਦੇ ਵਿੱਚ, ਇੱਥੇ ਇੰਡੀਆ ਦੇ ਵਿੱਚ ਜਥੇਬੰਦੀਆਂ, ਸਿੱਖ ਜਥੇਬੰਦੀਆਂ ਆ, ਉਹਨਾਂ ਵੱਲੋਂ ਕਿੰਨਾ ਕੁ ਤੁਹਾਨੂੰ ਸਹਿਯੋਗ ਦਿੱਤਾ ਗਿਆ ਜਦੋਂ ਤੁਸੀਂ ਇਕੱਲੇ ਕੇਸ ਲੜਦੇ ਸੀ? ਜਦੋਂ ਫਿਰ ਕੇਸ ਚਾਲੂ ਹੋਇਆ ਤੇ ਉਦੋਂ ਆਪਰੇਸ਼ਨ ਦਾ ਮੁੰਡਾ ਇੱਕ ਕੀਰਮਾ ਬੰਦਿਆ, ਉਹ ਕੋਰਟ ਵਿੱਚ ਨਾਲ ਚੱਲ ਜਾਂਦਾ ਸੀ ਜੀ। ਤੇ ਬਾਕੀ ਉਹ ਆਪਣੇ ਵਕੀਲ ਹੁੰਦੇ ਫੁਲਕਾ ਸਾਹਿਬ, ਤੇ ਬਾਕੀ CBI ਦੇ ਵਕੀਲ ਸੀ ਜੀ। ਹਾਂਜੀ। ਤੇ ਬੀਜੀ ਜਦੋਂ ਅਸੀਂ ਗੱਲ ਕਰਦੇ ਆ ਕਿ 36 ਸਾਲ ਹੋ ਗਏ ਆ, 84 ਦੀ ਗੱਲ ਆਉਂਦੀ ਆ, ਦਿੱਲੀ ਦੇ ਕਤਲੇਆਮ ਦੀ ਗੱਲ ਆਉਂਦੀ ਆ, ਸਾਡੀਆਂ ਆਉਣ ਵਾਲੀਆਂ ਜਿਹੜੀਆਂ ਹੁਣ ਨਵੀਆਂ ਵੀ ਜਨਰੇਸ਼ਨਾਂ ਜਾਂ ਜਿਹੜੀ ਸਾਡੀ ਹੁਣ ਨੌਜਵਾਨ ਪੀੜ੍ਹੀ ਆ, ਇਹਨਾਂ ਬੱਚਿਆਂ ਤੱਕ ਇਹ ਗੱਲਾਂ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਤੇ ਸਾਡੇ ਬੱਚੇ ਇਹ ਭੁੱਲ ਨਾ ਜਾਣ ਕਿ ਸਾਡੇ ਨਾਲ ਕੀ ਕੁਛ ਹੋਇਆ ਸੀ। ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਨੌਜਵਾਨ ਪੀੜ੍ਹੀ ਨੂੰ? ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਇੱਥੇ ਵਸਦੇ ਸਿੱਖਾਂ ਨੂੰ, ਪੂਰੀ ਦੁਨੀਆ 'ਚ ਵਸਦੇ ਸਿੱਖਾਂ ਨੂੰ? ਬਸ ਮੈਂ ਤਾਂ ਇਹੋ ਹੀ ਕਹਿੰਦੀ ਆ ਵੀ ਏਕਤਾ ਰੱਖੋ, ਏਕਤਾ 'ਚ ਅਨੇਕਤਾ ਆ। ਜੀ। ਭਾਈਚਾਰੇ ਦੀ ਸਾਂਝ ਰੱਖੋ, ਇੱਕ ਦੂਜੇ ਦੀਆਂ ਲੱਤਾਂ ਨਾਲ। ਇਹਨਾਂ ਪਾਰਟੀਆਂ 'ਚ ਦੇਖਿਆ ਜਦੋਂ ਮਾਰ ਪੈਣੀ ਹੈ ਨਾ, ਉਦੋਂ ਕਿਸੇ ਨੇ ਪੁੱਛਣਾ ਤੂੰ ਕਿਹੜੀ ਪਾਰਟੀ ਦਾ ਵਾ, ਤੂੰ ਕਿਹੜੀ ਕੌਮ ਦਾ ਵਾ। ਜਿੱਦਾਂ ਅਸੀਂ ਕੌਮਾਂ ਵੰਡੀਆਂ ਨੇ ਆ ਬਸ ਇੱਕੋ ਕੌਮ ਨੂੰ ਮਾਰ ਪੈਣੀ ਹੈ। ਮੈਂ ਤਾਂ ਸਿੱਖਾਂ ਨੂੰ ਮਾਰ ਪੈਂਦੀ ਵੇਖਿਆ, ਰਾਧਾ ਸਵਾਮੀ ਵੀ ਮਰੇ, ਨਿਰੰਕਾਰੀ ਵੀ ਮਰੇ, ਸਿਰਫ ਉਹਨਾਂ ਸਰੂਪ ਰੂਪ ਵੇਖਿਆ ਆ ਵੀ ਇਹ ਸਿੱਖਿਆ। ਨਸਲਕੁਸ਼ੀ ਕਰਨ ਵਾਲੀ ਜਿਹੜੀ ਕੋਸ਼ਿਸ਼ ਹੈ ਵੀ ਨਾ ਉਹਨਾਂ ਕੋਈ ਪਾਰਟੀ ਵੇਖੀ, ਨਾ ਉਹਨਾਂ ਕੋਈ ਧਰਮ ਪੁੱਛਿਆ, ਬਸ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮਾਰੋ ਮਾਰੋ, ਇਹ ਗੁਰੂ ਦੇ ਸਿੱਖਾਂ ਜਿਹਾ ਵਾ ਸਿੱਖਿਆ। ਬਸ ਤਾਈਓ ਮੈਂ ਤਾਂ ਨਾ ਕਿਸੇ ਪਾਰਟੀ ਦੀ ਨੂੰ ਹਾਮੀ ਕਰਨੀ ਆ, ਨਾ ਕਿਸੇ ਨੂੰ। ਮੈਂ ਤਾਂ ਸਿੱਖ ਭਰਾਵਾਂ ਦੀ ਸੁੱਖ ਮੰਗਣੀ ਆ, ਚਾਹੇ ਮੇਰੀ ਕਿਤੇ ਮਦਦ ਕੀਤੀ ਆ ਪਾਏ ਨਹੀਂ। ਮੈਂ ਉੱਥੇ ਆਪਣੇ ਬੇਟੇ ਦੇ ਪਤੀ ਦੇ ਕੋਲ ਬੈਠ ਕੇ ਇਹ ਸੁੱਖ ਮੰਗਦੀ ਸੀ ਵੀ ਇਹ ਕਲਗੀ ਆਇਆ ਜਿਹੜਾ ਬੂਟਾ ਲਾ ਚੱਲਿਆ, ਖੇਤੀ ਬੀਜ ਚੱਲਿਆ, ਨਹੀਂ ਰਾਖੀ ਕਰ। ਚਲੋ ਹੁਣ ਜਿਹੜੇ ਚਲ ਗਏ ਕੁਛ ਤੇ ਪੱਗ। ਮੈਨੂੰ ਇਹ ਸੀ ਵੀ ਕੋਈ ਬਚਣਾ ਤੇ ਹੈ ਨਹੀਂ। ਕਿ ਜਿਸ ਤਰੀਕੇ ਮੈਂ ਕਤਲੇਆਮ ਵੇਂਦੀ ਸੀ ਵੀ ਆਰਮੀ ਮਰ ਰਹੀ ਆ, ਆਪਣੇ ਘਰੀ ਵਾੜ ਕੇ ਕਤਲ ਕਰੀ ਜਾਂਦੇ, ਸ਼ਾਇਦ ਕੋਈ ਸਿੱਖ ਦੁਨੀਆ ਹਿੰਦੁਸਤਾਨ 'ਚ ਰਵੇ ਕਿ ਨਾ ਰਵੇ, ਇਹ ਮੈਂ ਸੋਚਦੀ ਸੀ। ਫਿਰ ਮੈਂ ਇਹ ਬੇਨਤੀ ਕਰਦੀ ਸੀ, ਹੇ ਮਹਾਰਾਜ ਚਲੋ ਕੁਛ ਬਚਾ ਲਵੀਂ। ਸਾਡੇ ਵੀ ਤਾਂ ਸਿਰ ਤੇ ਪੱਗਾਂ ਹੀ ਨੇ,
ਅਸੀਂ ਉਹਨਾਂ ਦੇ ਆਸਰੇ ਹੀ ਕੱਟ ਲਾਂਗੇ, ਕੁਛ ਭਰਾਵਾਂ ਨੂੰ ਬਚਾ ਦਵੀਂ। ਜੀ ਚਲੋ ਬਚ ਗਏ ਭਰਾ, ਤੇ ਮਿਹਨਤ ਤੇ ਫਿਰ ਆਪ ਹੀ ਕਰਨੀ ਪੈਣੀ ਸੀ ਨਾ, ਕੋਈ ਕਿਸੇ ਨੂੰ ਕੀ ਕਰ ਸਕਦਾ। ਜੀ ਬੀਜੀ ਬਹੁਤ ਦਿਲੋਂ ਤੁਹਾਡਾ ਬਹੁਤ ਸਤਿਕਾਰ ਆ ਜੀ। ਜੀ ਬਹੁਤ ਬੀਜੀ ਤੁਹਾਡਾ ਸਤਿਕਾਰ ਆ ਤੇ ਮਾਣ ਆ ਸਾਨੂੰ ਤੁਹਾਡੇ ਤੇ ਕਿ ਤੁਸੀਂ ਇਹੋ ਜਿਹੇ ਟਾਈਮ ਦੇ ਵਿੱਚ ਵੀ ਆਪਣਾ ਸਿਦਕ ਨਹੀਂ ਛੱਡਿਆ ਤੇ ਤੁਸੀਂ ਬੜੀ ਦ੍ਰਿੜਤਾ ਦੇ ਨਾਲ ਇੰਨੇ ਵਰੇ ਤੁਸੀਂ ਜਿਹੜਾ ਇਸ ਕੇਸ ਨੂੰ ਲੜਦੇ ਰਹੇ ਔਰ ਇੰਨਾ ਤੁਸੀਂ ਆਪਣੀ ਅੱਖੀਂ ਸਾਰਾ ਕੁਝ ਦੇਖਿਆ ਔਰ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਦੇਖਣ ਵਾਲੇ ਪਰਿਵਾਰਾਂ ਦੇ ਨਾਲ। ਅਸੀਂ ਸ਼ਹੀਦ ਹੋਏ ਸਾਰੇ ਹੀ ਸਿੰਘਾਂ ਦੇ ਅੱਗੇ ਸਾਡਾ ਸਿਰ ਝੁਕਦਾ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਣ ਕਰਦੇ ਹਾਂ ਕਿ ਦੇਸ਼ ਦੇ ਰਾਖੇ ਵੀ ਸੁਰੱਖਿਅਤ ਨਹੀਂ ਗਏ, ਉਹਨਾਂ ਦੀ ਵੀ ਕੋਈ ਸੇਫਟੀ ਨਹੀਂ ਗਈ ਤੇ ਫਿਰ ਅਸੀਂ ਕਿੱਥੇ ਜਾਈਏ, ਸਰਕਾਰਾਂ ਹੀ ਸਾਡੀਆਂ ਦੁਸ਼ਮਣ ਹੋ ਗਈਆਂ ਨੇ। ਪਰ ਬੀਜੀ ਤੁਸੀਂ ਸਮਾਂ ਦਿੱਤਾ, ਮੇਰਾ ਬਹੁਤ ਦਿਲੋਂ ਤੁਹਾਨੂੰ ਰਿਗਾਰਡ ਆ, ਬਹੁਤ ਸਤਿਕਾਰ ਆ ਜੀ ਔਰ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬੀਜੀ ਖਿਆਲ ਰੱਖਿਓ ਜੀ। ਜਦੋਂ ਅਸੀਂ ਸੁਣਦੇ ਆ, ਮੈਂ ਸੋਚਦੀ ਆ ਕਿ ਅਸੀਂ ਤੇ ਸੁਣ ਲਿਆ ਨਾ ਤੇ ਮਨ ਭਰਿਆ ਆ, ਅੱਖਾਂ ਭਰ ਆਈਆਂ, ਹੰਝੂ ਆ ਗਏ ਤੇ ਇਸ ਮਾਂ ਨੇ ਤਾਂ ਹੰਡਾਇਆ ਆ ਆਪਣੇ ਤਨ ਤੇ ਆਪਣੇ ਹੱਥੀਂ। ਕਹਿੰਦੇ ਬੱਚੇ ਦੇ ਝਰੀਟ ਆ ਜਾਵੇ ਤੇ ਮਾਂ ਦੀ ਜਾਨ ਨਿਕਲ ਜਾਂਦੀ ਆ, ਤੇ ਮਾਂ ਨੇ ਆਪਣੇ ਪੁੱਤ ਨੂੰ ਆਪਣੇ ਹੱਥੀਂ, ਆਪਣੇ ਪਤੀ ਨੂੰ ਆਪਣੇ ਹੱਥੀਂ ਘਰ ਦੇ ਟੁੱਟੇ ਫੁੱਟੇ ਫਰਨੀਚਰ ਨਾਲ, ਭੰਨ ਤੋੜ ਕੀਤੇ ਹੋਏ ਦਰਵਾਜ਼ੇ ਤਾਕਿਆਂ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਆਪਣੇ ਹੱਥੀਂ। ਸਾਡੇ ਨਾਲ ਇੱਕ ਕਾਲਰ ਹੈ ਜੀ, ਜਾਣ ਤੋਂ ਪਹਿਲਾਂ ਇਹਨਾਂ ਨਾਲ ਗੱਲ ਕਰਦੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮਾਫੀ ਚਾਹੁੰਦੇ ਆ ਜੀ ਜਿਹੜਾ ਸਾਡਾ ਸਮਾਂ ਹੋ ਗਿਆ, ਪਰ ਇਸ 84 ਦੀ ਜਦੋਂ ਅਸੀਂ ਗੱਲ ਕਰਦੇ ਆ, ਨਸਲਕੁਸ਼ੀ ਦੀ ਗੱਲ ਕਰਦੇ ਆ, ਆਓ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਸਾਡੇ ਨਾਲ ਹੋਇਆ ਕੀ ਸੀ। ਅਸੀਂ ਭੁੱਲ ਨਾ ਜਾਈਏ ਸਾਰਾ ਕੁਝ ਹੀ ਜ਼ਿੰਦਗੀ ਦਾ, ਕਹਿੰਦੇ ਹੱਸਣ ਖੇਡਣ ਮਨ ਕਾ ਚਾਓ, ਕਰੀਏ ਸਾਰਾ ਕੁਝ ਕਰੀਏ, ਪਰ ਜੋ ਸਾਡੇ ਨਾਲ ਹੋਇਆ ਉਹ ਨਾ ਅਸੀਂ ਕਿਤੇ ਭੁੱਲ ਜਾਈਏ। ਸੋ ਬੀਜੀ ਹੁਣਾਂ ਦੇ ਨਾਲ ਅੱਜ ਤੋਂ 15 ਕੁ ਸਾਲ ਪਹਿਲਾਂ ਵੀ ਮੈਂ ਜਦੋਂ ਗੱਲ ਕੀਤੀ ਸੀ, ਇਹਨਾਂ ਦੇ ਲਾਗੇ ਬਹਿ ਕੇ ਗੱਲ ਕੀਤੀ ਸੀ, ਇਹਨਾਂ ਦਾ ਬੇਟਾ ਵੀ ਨਾਲ ਸੀ। ਉਸ ਵਕਤ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਇਹਨਾਂ ਦੇ ਨਾਲ ਕੀ ਗੱਲ ਕਰਾਂ, ਕੀ ਛੇੜਾਂ, ਕੀ ਇਹਨਾਂ ਨੂੰ ਪੁੱਛਾਂ, ਪਰ ਜੋ ਇਹਨਾਂ ਨੇ ਆਪਣੀ ਅੱਖੀਂ ਦੇਖਿਆ, ਜੋ ਹੰਡਾਇਆ, ਜੋ ਹੋਇਆ, ਤੁਸੀਂ ਸਾਰਿਆਂ ਨੇ ਸੁਣਿਆ। ਸੋ ਆਓ ਅਸੀਂ ਨੌਜਵਾਨ ਪੀੜ੍ਹੀਆਂ ਨੂੰ ਦੱਸੀਏ, ਆਪਣਾ ਇਤਿਹਾਸ ਉਹਨਾਂ ਦੇ ਨਾਲ ਫੋਲੀਏ, ਉਹਨਾਂ ਨੂੰ ਆਪਣੇ ਤੇ ਕੀ ਹੋਇਆ, ਜ਼ੁਲਮ ਕਿਹੜੇ ਹੋਏ, ਕੀ ਹੋਇਆ, ਉਹ ਸਾਰਾ ਕੁਝ ਦੱਸੀਏ। ਉਮੀਦ ਕਰਦੀ ਹਾਂ ਕਿ ਅੱਜ ਦੀ ਸਾਡੀ ਜਿਹੜੀ ਕੋਸ਼ਿਸ਼ ਸੀ ਬੀਜੀ ਹੁਣਾਂ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਈ, ਤੁਸੀਂ ਪਸੰਦ ਕੀਤੀ ਹੋਵੇਗੀ। ਮਾਫੀ ਚਾਹੁੰਦੀ ਹਾਂ, ਕਹਿੰਦੇ ਅਸੀਂ ਮਾਂ ਆ, ਮੈਂ ਵੀ ਇੱਕ ਚੱਲਦੇ ਸ਼ੋਅ ਦੇ ਵਿੱਚ ਭਾਵਕ ਹੋ ਜਾਈਦਾ ਜਦੋਂ ਅਸੀਂ ਗੱਲਾਂ ਸੁਣਦੇ ਆ ਇਹਨਾਂ ਆਪਣੇ ਬਜ਼ੁਰਗਾਂ ਦੀਆਂ, ਤੇ ਮਨ ਵਾਕਿਆ ਹੀ ਭਰਿਆ ਆਉਂਦਾ। ਅੱਖਾਂ, ਕੋਈ ਹੀ ਅਜਿਹਾ ਹਿਰਦਾ ਹੋਵੇਗਾ ਜਿਹਦੀਆਂ ਅੱਖਾਂ 'ਚੋਂ ਹੰਝੂ ਨਾ ਆਏ ਹੋਣਗੇ। ਪਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀ ਭੀੜ ਪਈ ਆ, ਬੇਸ਼ੱਕ ਸਾਡੇ ਕਿਸਾਨ ਭਰਾ ਅੱਜ ਮੋਰਚਿਆਂ ਤੇ ਬੈਠੇ ਆ, ਆਓ ਅਸੀਂ ਰਲ ਕੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਰਾ ਕੁਝ ਕੁਸ਼ਲ ਮੰਗਲ ਹੋ ਜਾਵੇ, ਪਹਿਲਾਂ ਦੀ ਤਰ੍ਹਾਂ ਹੱਸਦਾ ਵਸਦਾ ਸਾਡਾ ਪੰਜਾਬ ਹੋ ਜਾਵੇ, ਸਾਰੀਆਂ ਹੀ ਦੁੱਖ ਮੁਸੀਬਤਾਂ ਸਾਡੇ ਆਪਣਿਆਂ ਤੋਂ ਦੂਰ ਹੋ ਜਾਣ। ਸੋ ਇਸੇ ਤਰ੍ਹਾਂ ਹੀ ਸਵੇਰੇ ਫਿਰ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ। ਸਵੇਰੇ ਮੇਰਾ ਸਾਥ ਦੇਣਗੇ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ। ਸੋ ਤਦ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।